जी मैंने थोड़ा जिहा ना दसो, असीं बैठे हैं मंडी बहाउद्दीन शहर के अंदर। जी जी मंडी बहाउद्दीन शहर जिहड़ा है तारीखी एतबार नाल इहदी एक बड़ी अहमीयत है बड़े शरीर के अंदर। बहुत सारे मामलात इहदे इर्द गिर्द इलाकों च पेश आए जिहदी वजह तो अच्छा ये बारे सानूं कुछ दसो, मंडी बहाउद्दीन आबाद कदों होया, ये मतलब तुहानूं इन्फॉर्मेशन है? ठीक है। और किहड़ियां जंगां मंडी बहाउद्दीन के गिरदो नवाह दे विच होईयां माजी के अंदर? मंडी बहाउद्दीन कोई कदीम तारीखी जगह नहीं है, जी जी पुरानी भी इनू नहीं कहा जा सकता। जी जी ये जिहड़ी पिछली सदी सी 20वीं सदी, 20वीं सदी ਉਹਦੇ ਸੈਕੰਡ ਡਿਕੇਡ ਦੇ ਵਿੱਚ ਇਹਦਾ ਨਕਸ਼ਾ ਬਣਿਆ। अच्छा ਅੰਗਰੇਜ਼ ਨੇ ਜਦੋਂ ਇਸ ਪੰਜਾਬ ਦੇ ਵਿੱਚ ਨਹਿਰਾਂ ਕੱਢੀਆਂ जी जी ਤੇ 1901 ਦੇ ਵਿੱਚ ਰਸੂਲ ਦੇ ਮਕਾਮ ਦੇ ਉੱਤੇ ਦਰਿਆਏ ਜਿਹਲਮ जी जी ਦੇ ਉੱਤੇ ਉਹਨਾਂ ਨੇ ਇੱਕ ਹੈੱਡ ਵਰਕਸ ਬਣਾਇਆ। ਉਸ ਹੈੱਡ ਵਰਕਸ ਦੇ ਵਿੱਚੋਂ ਸਭ ਤੋਂ ਪਹਿਲੇ ਨਹਿਰ ਲੋਅਰ ਜਿਹਲਮ ਕੱਢੀ। ठीक है ਇਹ ਲੋਅਰ ਜਿਹਲਮ 1901 ਦੇ ਵਿੱਚ ਖੁਦਾਈ ਇਹਦੀ ਸ਼ੁਰੂ ਹੋਈ। ਸਨ 1905 ਦੇ ਵਿੱਚ ਇਹਦੀ ਖੁਦਾਈ ਮੁਕੰਮਲ ਹੋਈ। ठीक है ਇਹ ਆਬਪਾਸ਼ੀ ਦਾ ਮਕਸਦ ਇਹਦਾ ਸੀ ਜ਼ਿਲ੍ਹਾ ਸ਼ਾਹਪੁਰ ਜਿਹੜਾ ਹੁਣ ਸਰਗੋਧਾ ਹੈ, जी जी ਜ਼ਿਲ੍ਹਾ ਸ਼ਾਹਪੁਰ, शाहपुर ਫੈਸਲਾਬਾਦ ਔਰ ਝੰਗ ਦੇ ਵਾਸਤੇ। जी जी 1906 ਦੇ ਵਿੱਚ ਸਰਾ ਆਲਮਗੀਰ ਦੀ ਜਿਹੜੀ ਨਹਿਰ ਹੈ ਅਪਰ ਜਿਹਲਮ, ਇਹਦੀ ਖੁਦਾਈ ਸ਼ੁਰੂ ਹੋਈ ਔਰ 12 ਦੇ ਵਿੱਚ ਇਹ ਮੁਕੰਮਲ ਹੋਈ। कमल हो गई। ठीक है ਇਹ ਜ਼ਿਲ੍ਹਾ ਗੁਜਰਾਤ ਦੇ ਇਰੀਗੇਸ਼ਨ ਵਾਸਤੇ ਇਹ ਬਣੀ ਸੀ। बड़ी सी ठीक ਅਤੇ ਇਹਦੇ ਵਿੱਚੋਂ ਫਿਰ ਛੋਟੀ ਬ੍ਰਾਂਚ ਨਹਿਰਾਂ, ਮਾਈਨਰ, ਖਾਲ, ਮੋਗੇ ਇਹ ਬਣੇ। ਮੰਡੀ ਬਹਾਉਦੀਨ ਜਿਹੜਾ ਹੈ ਇੱਥੇ ਜਿਹੜਾ ਮੌਜੂਦਾ ਸ਼ਹਿਰ ਹੈ ਇਹਦੇ ਨਜ਼ਦੀਕ ਇੱਕ ਛੋਟਾ ਜਿਹਾ ਇੱਕ ਪਿੰਡ ਹੁੰਦਾ ਸੀ ਪਿੰਡੀ ਬਹਾਉਦੀਨ। ठीक है ਇਸ ਤੋਂ ਇਲਾਵਾ ਜਿੱਥੇ ਹੁਣ ਮੰਡੀ ਬਹਾਉਦੀਨ ਜਿਹਨੂੰ ਕਿ ਹੁਣ ਪੁਰਾਣੀ ਪਿੰਡੀ ਕਿਹਾ ਜਾਂਦਾ। ਪੁਰਾਣੀ ਪਿੰਡੀ ਕਿਹਾ ਜਾਂਦਾ ਜੀ ਜੀ, ਠੀਕ ਹੈ ਜਿਹੜੀ ਹੁਣ ਮੌਜੂਦਾ ਮੰਡੀ ਬਹਾਉਦੀਨ ਸ਼ਹਿਰ ਹੈ ਇਹ ਤਾਂ ਸਿਰਫ ਇੱਕ ਜੰਗਲ ਜਿਹਾ ਸੀ ਬਣਦਾ। ਠੀਕ ਹੈ 20 ਦੇ ਵਿੱਚ ਫਿਰ ਅੰਗਰੇਜ਼ ਨੇ ਰੇਲਵੇ ਲਾਈਨ ਜਿਹੜੀ 1897 ਦੇ ਵਿੱਚ ਇੱਥੋਂ ਲੰਘੀ ਹੈ ਮੰਡੀ ਬਹਾਉਦੀਨ ਸ਼ਹਿਰ ਦੇ ਨਾਲਿਓਂ, ਇਸ ਦੇ ਪੈਰਲਲ ਮੰਡੀ ਵਸਾਈ। ਮੰਡੀ ਵਸਾਣੇ ਦਾ ਪ੍ਰੋਗਰਾਮ ਬਣਾਇਆ ਔਰ ਮੰਡੀ ਵਸਾਣੇ ਗੱਲਾ ਮੰਡੀ ਬਣਾਉਣ ਦੀ ਵਜ੍ਹਾ ਨਾਲ ਇੱਕ ਛੋਟੀ ਜਿਹੀ ਕਾਲੋਨੀ ਦਾ ਵੀ ਉਹਨਾਂ ਨੇ ਇੱਕ ਪ੍ਰੋਗਰਾਮ ਤਿਆਰ ਕੀਤਾ। ਉਹਨੂੰ ਨੋਟੀਫਾਈ ਕੀਤਾ ਸਨ 1924 ਦੇ ਵਿੱਚ 24 ਦੇ ਵਿੱਚ। ਠੀਕ ਹੈ ਕਿ ਮੰਡੀ ਬਹਾਉਦੀਨ ਇੱਕ ਕਾਲੋਨੀ ਹੈ ਔਰ ਇਸ ਕਾਲੋਨੀ ਦੀ ਵਜ੍ਹਾ ਨਾਲ ਫਿਰ ਇਹ ਮੰਡੀ ਬਹਾਉਦੀਨ ਸਨ 1924 ਦੇ ਵਿੱਚ ਇੱਥੇ ਜਿਹੜਾ ਸਟੇਸ਼ਨ ਸੀ ਉਹ ਪਿੰਡੀ ਬਹਾਉਦੀਨ ਦੇ ਨਾਂ ਤੋਂ ਸੀ। ਠੀਕ ਹੈ ਸੰਨ 24 ਦੇ ਵਿੱਚ ਇਹ ਫਿਰ ਮੰਡੀ ਬਹਾਉਦੀਨ ਹੋ ਗਿਆ। ਠੀਕ ਹੈ ਇਹ ਮੰਡੀ ਬਣ ਗਈ ਜੀ ਗੱਲਾ ਮੰਡੀ। ਇਸ ਤੋਂ ਇਲਾਵਾ ਭਲਵਾਲ ਮੰਡੀ ਬਣੀ, ਜੀ ਜੀ ਫੁੱਲਰਵਾਨ ਮੰਡੀ ਬਣੀ। ਇਹ ਅੰਗਰੇਜ਼ ਨੇ ਜਿਹੜੀ ਇੱਥੋਂ ਦੀ ਜ਼ਰਾਅਤ ਦੀ ਫਸਲਾਂ ਸਨ ਉਹਨਾਂ ਦੀ ਤਰਸੀਲ ਵਾਸਤੇ ਇਹ ਰੇਲਵੇ ਲਾਈਨ ਬਣਾਈ ਸੀ ਕਿਸੇ ਜ਼ਮਾਨੇ 'ਚ। ਐਕਚੁਅਲੀ ਉਹ ਜਿਹੜੀ ਰੇਲਵੇ ਲਾਈਨ ਹੈ ਉਹ ਅੰਗਰੇਜ਼ ਦੀ ਫਾਰਵਰਡ ਪਾਲਿਸੀ ਦੇ ਵਾਸਤੇ ਬਣੀ ਸੀ ਕਿ ਰਸ਼ੀਆ ਜਿਹੜਾ ਹੈ ਉਹ ਬਰ ਸਗੀਰ ਦੇ ਉੱਤੇ ਅਟੈਕ ਨਾ ਕਰੇ। ਨਾ ਕਰੇ ਅਤੇ ਬਾਅਦ ਦੇ ਵਿੱਚ ਫਿਰ ਇਹ ਮੰਡੀ ਬਣ ਗਈ। ਇਹ ਤਰਸੀਲ ਦਾ ਜ਼ਰੀਆ ਬਣ ਗਈ ਕਿਉਂਕਿ ਉਦੋਂ ਸੜਕਾਂ 'ਤੇ ਹੈ ਨਹੀਂ ਸਨ ਜਾਂ ਟਰੱਕ ਬੱਸਾਂ ਇੰਨੀਆਂ ਨਹੀਂ ਸਨ। ਅਤੇ ਇਸ ਦਾ ਨਕਸ਼ਾ ਜਿਹੜਾ ਹੈ ਮੰਡੀ ਬਹਾਉਦੀਨ ਸ਼ਹਿਰ ਦਾ ਉਹ ਬੜਾ ਖੂਬਸੂਰਤ ਹੈ, ਹੁਣ ਵੀ ਖੂਬਸੂਰਤ ਹੈ। ਕਿਸੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਇਹਨੂੰ ਸਮਝਿਆ ਜਾਂਦਾ ਸੀ। ਇਹਦਾ ਨਕਸ਼ਾ ਬਣਾਇਆ ਸੀ ਜਲਾਲਪੁਰ ਜੱਟਾਂ ਦਾ ਇੱਕ ਡਿਸਟ੍ਰਿਕਟ ਇੰਜੀਨੀਅਰ ਸੀ ਜਾਨ ਆਲਮ। ਅੱਛਾ ਜੀ ਇਹ ਲਾਹੌਰ ਸਰ ਗੰਗਾ ਰਾਮ ਦਾ ਅਸਿਸਟੈਂਟ ਵੀ ਰਿਹਾ। ਅੱਛਾ ਇਹ ਸਰ ਗੰਗਾ ਰਾਮ ਨੇ ਲਾਹੌਰ ਸ਼ਹਿਰ ਦੀ ਕਾਫੀ ਖਿਦਮਤ ਕੀਤੀ। ਮਾਲ ਰੋਡ ਦਾ ਨਕਸ਼ਾ, ਅਜਾਇਬ ਘਰ, ਰੇਲਵੇ ਸਟੇਸ਼ਨ, ਇਹਦਾ ਨਕਸ਼ਾ ਜਾਨ ਆਲਮ ਨੇ ਬਣਾਇਆ, ਜਲਾਲਪੁਰ ਦਾ ਸੀ। ਅੱਛਾ ਮੰਡੀ ਬਹਾਉਦੀਨ ਦੀ ਆਮ ਸੜਕਾਂ ਜਿਹੜੀਆਂ ਨੇ ਉਹ 62 ਫੁੱਟ ਚੌੜੀਆਂ ਨੇ ਜੀ ਔਰ ਗੱਲਾ ਮੰਡੀ ਦੇ ਚਾਰੇ ਪਾਸੇ ਜਿਹੜੀ ਸੜਕਾਂ ਨੇ ਜਿਹੜੀ ਕਿ ਹੁਣ ਕਲੋਜ਼ ਹੋ ਗਈਆਂ ਮੁਖਤਲਿਫ ਵਜੂਹਾਤ ਨਾਲ, ਉਹ 80 ਫੁੱਟ ਚੌੜੀਆਂ ਸਨ। ਅੱਛਾ ਜੀ ਅਤੇ ਦੂਸਰੀ ਇਹਦੀ ਖਾਸੀਅਤ ਇਹ ਕਿ ਇਹ ਮਗਰਬ ਤੋਂ ਮਸ਼ਰਕ ਤੱਕ
ਇਹਦੀਆਂ ਗਲੀਆਂ ਔਰ ਸ਼ਮਾਲ ਤੋਂ ਜਨੂਬ ਤੱਕ ਬਿਲਕੁਲ ਸਿੱਧਾ 90 ਦੇ ਦਰਜੇ ਦੇ ਉੱਤੇ ਇੱਕ ਦੂਜੇ ਨੂੰ ਕ੍ਰਾਸ ਕਰਦੇ ਗਲੀਆਂ। ਬਿਲਕੁਲ ਸਹੀ। ਕੋਈ ਛੋਟੀਆਂ ਗਲੀਆਂ ਨਹੀਂ, ਚੌੜੀਆਂ ਗਲੀਆਂ ਨੇ 20-20 ਫੁੱਟ ਦੀਆਂ ਨੇ ਜੀ ਜੀ, ਔਰ ਸਿੱਧੀਆਂ ਨੇ ਬਿਲਕੁਲ। ਅੱਜ ਵੀ ਮੰਡੀ ਸ਼ਹਿਰ ਦੇ ਵਿੱਚ ਤੁਸੀਂ ਐਂਟਰ ਹੋਵੋ ਕਾਲਜ ਚੌਕ ਦੇ ਵਿੱਚੋਂ, ਉੱਥੋਂ ਖਲੋ ਕੇ ਤੇ ਇਹ ਮਸ਼ਰਕੀ ਐਂਡ ਹੈ ਜਿਹੜਾ ਗੂੜੇ ਚੌਕ, ਉੱਥੇ ਤੱਕ ਤੁਸੀਂ ਨਜ਼ਰ ਪਾ ਸਕਦੇ ਹੋ, ਤੁਹਾਨੂੰ ਕੋਈ ਰੁਕਾਵਟ ਨਹੀਂ, ਸਿੱਧੀ ਹੈ ਸੜਕ, ਬਿਲਕੁਲ ਸਿੱਧੀ ਹੈ। ਜੀ ਜੀ, ਔਰ ਇਹ ਬੜਾ ਖੂਬਸੂਰਤ ਸੀ। ਔਰ 20 ਦੇ ਵਿੱਚ ਇਹਦੀ ਜਿਹੜੀ ਮਾਰਕੀਟਾਂ ਬਣਾਈਆਂ ਗਈਆਂ, ਜੀ ਜੀ, ਉਹਨਾਂ ਮਾਰਕੀਟਾਂ ਦਾ ਵੀ ਤਰੀਕਾ ਇਹ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਮਾਡਰਨ ਮਾਰਕੀਟਾਂ ਬਣਦੀਆਂ ਨੇ ਕਿ ਸਭ ਤੋਂ ਪਿੱਛੇ ਗੋਦਾਮ ਸੀ, ਉਸ ਤੋਂ ਅੱਗੇ ਦੁਕਾਨ, ਉਸ ਤੋਂ ਅੱਗੇ ਬਰਾਮਦਾ। ਇੱਕ ਬੰਦਾ ਇੱਕ ਮਾਰਕੀਟ ਦੇ ਵਿੱਚ ਬਗੈਰ ਬਾਰਿਸ਼ ਤੋਂ ਭਿੱਜਿਆ ਉਹ ਚਾਰੇ ਪਾਸੇ ਫਿਰ ਸਕਦਾ ਸੀ। ਤੇ ਇੱਥੇ ਜਨਾਬ ਸਭ ਤੋਂ ਪਹਿਲਾਂ ਤਾਂ ਅਸੀਂ ਖਾਲਸਾ ਹਾਈ ਸਕੂਲ, ਅੱਛਾ ਜੀ, ਐਜੂਕੇਸ਼ਨ ਦੀ ਗੱਲ ਕਰੀਏ, ਜੀ ਜੀ, ਖਾਲਸਾ ਹਾਈ ਸਕੂਲ ਸਨ 1927-28 ਦੇ ਵਿੱਚ ਇੱਥੇ ਜਿਹੜੇ ਹੈਡਮਾਸਟਰ ਹੈ ਸੀ ਉਹ ਸਿੱਖ ਸੀ, ਜੀ ਜੀ, ਸਰਦਾਰ ਬੁੱਧੂ ਸਿੰਘ। ਅੱਛਾ ਜੀ, ਸੈਕੰਡ ਮਾਸਟਰ ਸੀ ਸਰਦਾਰ ਕਰਤਾਰ ਸਿੰਘ। ਸਹੀ। ਅੰਗਰੇਜ਼ੀ ਦਾ ਮਾਸਟਰ ਸੀ ਸਰਦਾਰ ਬਲਵੰਤ ਸਿੰਘ। ਔਰ ਉਰਦੂ ਦੇ ਮਾਸਟਰ ਸਨ ਸੈਯਦ ਵਲੈਦ ਸ਼ਾਹ ਸਾਹਿਬ, ਇਹ ਧਾਮਾ ਲਾਲੇ ਮੂਸੇ ਦੇ ਸਨ। ਅੱਛਾ ਅੱਛਾ, ਉਹਨਾਂ ਦੀ ਔਲਾਦ ਇੱਥੇ ਹੈ ਅਜੇ। ਅੱਛਾ ਜੀ, ਜਿਹੜਾ ਖਾਲਸਾ ਹਾਈ ਸਕੂਲ ਦੱਸਿਆ ਜੀ ਜੀ, ਹਾਂ ਜੀ। ਹੁਣ ਉਹਦਾ ਕੀ ਨਾਮ ਹੈ? ਹੁਣ ਉਹਦਾ ਨਾਂ ਜੀ MB ਹਾਈ ਸਕੂਲ, ਗਵਰਨਮੈਂਟ ਮੰਡੀ ਬਾਉ ਦੀ ਨਾਮ ਜੀ। ਜਦੋਂ ਪਾਕਿਸਤਾਨ ਬਣ ਗਿਆ ਫਿਰ ਇੱਥੇ ਡਿਸਟ੍ਰਿਕਟ ਬੋਰਡ ਬਣੇ ਨਾ, ਜੀ ਜੀ, ਮਿਊਨਸਿਪਲ ਬੋਰਡ, ਤੇ ਜਦੋਂ ਉਹਨਾਂ ਦੇ ਜ਼ੇਰੇ ਨਿਗਰਾਨੀ ਇਹਨਾਂ ਸਕੂਲਾਂ ਨੂੰ ਦਿੱਤਾ ਗਿਆ, ਠੀਕ ਹੈ, ਉਦੋਂ ਇਹਨਾਂ ਦਾ ਨਾਂ ਫਿਰ MB ਹਾਈ ਸਕੂਲ ਹੋ ਗਿਆ, ਮਿਊਨਸਿਪਲ ਬੋਰਡ ਹੈ। ਮਿਊਨਸਿਪਲ ਬੋਰਡ ਦਾ ਕਾਲਜ ਜਿਹੜੇ ਨੇ ਉਹ ਉਹਨਾਂ ਨੂੰ ਕਮੇਟੀ ਦੇ ਅੰਡਰ ਦਿੱਤਾ ਗਿਆ, ਉਹ MC ਸੀ। ਮੈਂ MC ਕਾਲਜ ਦੇ ਵਿੱਚ ਪੜ੍ਹਿਆ। ਇਹ ਬਾਅਦ ਦੇ ਵਿੱਚ ਨੈਸ਼ਨਲਾਈਜ਼ ਹੋ ਕੇ ਗਵਰਨਮੈਂਟ ਹੋਏ। ਜੀ ਜੀ, ਬਾਅਦ 'ਚ ਫਿਰ ਡਿਗਰੀ ਕਾਲਜ ਜੀ, ਡਿਗਰੀ ਹੋਇਆ, ਫਿਰ ਪੋਸਟ ਗ੍ਰੈਜੂਏਟ ਹੋ ਗਿਆ। ਹੈ ਇਹ ਵੀ ਪਾਰਟੀਸ਼ਨ ਤੋਂ ਪਹਿਲੇ ਦੇ ਕਾਲਜ ਹੀ ਹੈ, ਬਾਅਦ 'ਚ ਬਣਿਆ? ਨਹੀਂ, ਪਾਰਟੀਸ਼ਨ ਤੋਂ ਪਹਿਲਾਂ ਇਹ ਨਾ ਬਾਅਦ ਦੇ ਵਿੱਚ, ਇਹ ਸਨ 62 ਦੇ ਵਿੱਚ ਬਣਿਆ ਸੀ। ਐਕਚੁਅਲੀ ਜਿੱਥੇ ਕਾਲਜ ਹੈ ਨਾ ਜੀ ਹੁਣ ਪੋਸਟ ਗ੍ਰੈਜੂਏਟ ਕਾਲਜ, ਇੱਥੇ ਇਹਨਾਂ ਦਾ ਬੋਰਡਿੰਗ ਹਾਊਸ ਸੀ ਸਿੱਖਾਂ ਦਾ। ਅੱਛਾ ਜੀ, ਖਾਲਸਾ ਹਾਈ ਸਕੂਲ ਦਾ। ਅੱਛਾ ਅੱਛਾ ਅੱਛਾ। ਤੇ ਹੋਰ ਇੱਥੇ ਕੋਈ ਇੰਨਾ ਰਸੂਲ ਕਾਲਜ ਜਿਹੜਾ ਹੈ, ਰਸੂਲ ਕਾਲਜ ਜੀ ਪਹਿਲੇ ਤੇ ਲਾਹੌਰ ਘੋੜਾ ਸ਼ਾਹ ਰੋਡ ਹੈ ਕੋਈ, ਜੀ ਜੀ, ਘੋੜੇ ਸ਼ਾਹ ਰੋਡ, ਹਾਂਜੀ, ਹੈ। ਉੱਥੇ ਕਾਇਮ ਕੀਤੇ ਗਏ 2 ਸਕੂਲ ਕਾਇਮ ਕੀਤੇ ਗਏ ਸੀ, ਇੱਕ ਰੁੜਕੀ, ਇੱਕ ਰਸੂਲ। ਠੀਕ ਹੈ। ਰੁੜਕੀ ਤੇ ਬਹੁਤ ਪੁਰਾਣਾ ਜਿਹੜਾ ਹੈ ਉਹ ਇੰਜੀਨੀਅਰਿੰਗ ਕਾਲਜ ਦੇ ਵਿੱਚ ਤਬਦੀਲ ਹੋ ਗਿਆ। ਸਾਡਾ ਇਹ ਹੁਣ ਆ ਕੇ ਜਿਹੜਾ ਇਹਨਾਂ ਨੇ ਯੂਨੀਵਰਸਿਟੀ ਦਾ ਦਰਜਾ ਮਿਲਿਆ। ਲੇਕਿਨ ਇਹ ਬਹੁਤ ਮਸ਼ਹੂਰ ਸਕੂਲ ਸੀ। ਇਹ ਪਾਰਟੀਸ਼ਨ ਤੋਂ ਪਹਿਲੇ ਦਾ ਹੈ? ਇਹ ਪਾਰਟੀਸ਼ਨ ਤੋਂ ਪਹਿਲਾਂ ਦਾ। ਉਸ ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਤਾਲੀਮ ਦਾ ਇੰਨਾ ਰਿਵਾਜ ਨਹੀਂ ਸੀ, ਔਰ ਸਕੂਲ ਵੀ ਇੰਨੇ ਕੋਈ ਨਹੀਂ ਸਨ। ਜਿਹੜਾ ਪੁਰਾਣਾ ਸਕੂਲ ਹੈ ਉਹ ਹੈ ਗੌਰਮੈਂਟ ਪਾਇਲਟ ਸਕੂਲ ਫਾਲੀਆ। ਜੀ ਜੀ, ਬਲਕਿ ਇਸ ਸਕੂਲ ਦੇ ਵਿੱਚ, ਗੌਰਮੈਂਟ ਪਾਇਲਟ ਸਕੂਲ ਫਾਲੀਆ ਦੇ ਵਿੱਚ, ਮੇਰੀ ਮਾਲੂਮਾਤ ਦੇ ਮੁਤਾਬਕ ਇੰਡੀਆ ਦੇ ਇੱਕ ਬੜੇ ਮਸ਼ਹੂਰ ਰਾਈਟਰ ਨੇ ਡਾਕਟਰ ਮਾਲਿਕ ਰਾਮ। 1905 ਦੇ ਵਿੱਚ ਉਹ ਫਾਲੀਏ ਪੈਦਾ ਹੋਏ ਸਨ। ਉਹ ਇੱਥੋਂ ਦੇ ਰਹਿਣ ਵਾਲੇ ਨੇ ਤੇ ਮਰਾਸੀਆਂ ਵਾਲੇ ਗਲੇ ਦੇ ਵਿੱਚ ਉਹਨਾਂ ਦਾ ਘਰ ਮੈਂ ਦੇਖਿਆ ਹੋਇਆ। ਠੀਕ ਹੈ। ਗਲੀ ਦੇ ਵਿੱਚ ਹੈ ਸੀ। ਉਹਨਾਂ ਨੇ ਆਪਣਾ ਜ਼ਿਕਰ ਵੀ ਕੀਤਾ ਔਰ ਉਹ ਪਾਕਿਸਤਾਨੀ ਬੰਦਿਆਂ ਦਾ ਬੜਾ ਇਹਤਰਾਮ ਵੀ ਕਰਦੇ ਸਨ, ਬੜਾ ਉਹਨਾਂ ਦਾ ਸੇਵਾ ਵੀ ਕਰਦੇ ਸਨ। ਸਹੀ। ਸਾਡੇ ਮੰਡੀ ਬਹਾਉਦੀਨ ਦੇ ਇੱਕ ਹੈਡਮਾਸਟਰ ਨੇ ਬੜੇ ਮਸ਼ਹੂਰ, ਮੀਆਂ ਰਫੀਕ ਸਾਹਿਬ। ਠੀਕ ਹੈ। ਉਹ ਜਦੋਂ ਇੰਡੀਆ ਗਏ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਇਹਨਾਂ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਏ ਔਰ ਆਪਣੇ ਘਰ ਉਹਨਾਂ ਨੂੰ ਮਹਿਮਾਨ ਰੱਖਿਆ। ਅੱਛਾ। ਫਿਰ ਮੇਰੇ ਬੱਚਿਆਂ ਦੇ ਨਾਨਾ ਜਿਹੜੇ ਨੇ ਉਹਨਾਂ ਦੇ ਉੱਤੇ PhD ਕਰਨ ਵਾਸਤੇ ਇੱਕ ਲਾਹੌਰ ਦੀ ਬੀਬੀ ਗਈ ਉੱਥੇ ਇੰਡੀਆ, ਅਤੇ ਇਹਨਾਂ ਨੂੰ ਮਾਲਕ ਰਾਮ ਸਾਹਿਬ ਨੂੰ ਪਤਾ ਲੱਗਾ, ਉਹ ਉਹਨਾਂ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਏ। ਅੱਛਾ ਜੀ। ਔਰ 2 ਮਹੀਨੇ ਤੱਕ ਉਹਨਾਂ ਨੂੰ तमाम ਫੈਸਿਲਿਟੀਜ਼ PhD ਵਾਸਤੇ ਔਰ ਦੂਸਰੇ ਉਹਨਾਂ ਨੇ ਮੁਹੱਈਆ ਕੀਤੀਆਂ। ਬੜਾ ਉਹ ਤੁਹਾਡੇ ਨਾਨਾ ਜੀ ਜਿਹੜੇ ਉਹਨਾਂ ਦੇ PhD ਬੱਚਿਆਂ ਦੇ ਨਾਨਾ ਜੀ, ਇਹਨਾਂ ਦੇ ਨਾਨਾ, ਹਾਂਜੀ, ਸੈਯਦ ਅਬਦੁਲ ਹਮੀਦ ਅਦਮ ਸਾਹਿਬ ਜਾਂ ਆਦਮ ਸਾਹਿਬ ਜਿਹੜੇ। ਅਤੇ ਉਹ ਫਿਰ ਕਿਤਾਬ ਦੇ ਵਿੱਚ ਉਹਨੇ ਬੀਬੀ ਨੇ ਜ਼ਿਕਰ ਵੀ ਇਸ ਚੀਜ਼ ਦਾ ਬੜਾ
ਅੱਛੇ ਤਰੀਕੇ ਨਾਲ ਡਾਕਟਰ ਮਾਲਕ ਰਾਮ ਸਾਹਿਬ ਦਾ ਕੀਤਾ। ਉਹਨਾਂ ਦੀ ਇੱਕ ਬੜੀ ਮਸ਼ਹੂਰ ਕਿਤਾਬ ਹੈ ਹਮੂਰਾਬੀ ਕੀ ਦਾਸਤਾਨ। ਅੱਛਾ ਜੀ। ਇਹ ਗੋ ਹਿੰਦੂ ਸਨ, ਲੇਕਿਨ ਚੂँਕਿ ਇਰਾਕ ਦੇ ਵਿੱਚ ਰਹੇ ਸਰਵਿਸ ਦੇ ਸਿਲਸਿਲੇ 'ਚ, ਇਸ ਵਾਸਤੇ ਇਹਨਾਂ ਨੂੰ ਅਰਬੀ ਬੜੀ ਅੱਛੀ ਆਉਂਦੀ ਸੀ। ਕੁਰਾਨ ਦੀ ਆਯਾਤ ਅਹਾਦੀਸ ਇਹਨਾਂ ਦੇ ਹਵਾਲੇ ਨਾਲ ਇਹਨਾਂ ਨੇ ਹਮੂਰਾਬੀ ਕੀ ਦਾਸਤਾਨ ਇਹ ਲਿਖੀ। ਇਹ ਹਜ਼ਰਤ ਇਬਰਾਹੀਮ अलैहिस्सलाम ਦੇ ਜ਼ਮਾਨੇ ਦੇ ਵਿੱਚ ਇਹ ਬਾਦਸ਼ਾਹ ਹੋਇਆ। ਇਹ ਬੜਾ ਇਨਸਾਫ ਪਰਵਰ ਬਾਦਸ਼ਾਹ ਸੀ। ਜੀ। ਅੱਛਾ ਜੀ, ਅਗਰ ਗੱਲ ਕਰੀਏ ਮੰਡੀ ਸ਼ਹਿਰ ਦੇ, ਇਹਦੇ ਕਿੰਨੇ ਦਰਵਾਜ਼ੇ ਇਹਦੇ ਕਿੰਨੇ ਨੇ ਔਰ ਬਾਜ਼ਾਰ ਕਿੰਨੇ ਨੇ ਇਹਦੇ? ਸਾਰੇ ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਜਦੋਂ ਮੰਡੀ ਆਬਾਦ ਹੋਇਆ ਤੇ ਉਦੋਂ ਦਰਵਾਜ਼ੇ ਵੀ ਉਦੋਂ ਹੀ ਬਣੇ ਸਨ। ਐਸੀ ਨਹੀਂ ਗੱਲ। ਜਦੋਂ ਸਨ 1946 ਦੇ ਵਿੱਚ ਰੇਟ ਸ਼ੁਰੂ ਹੋਏ ਨਾ, ਫਸਾਦਾਤ ਸ਼ੁਰੂ ਹੋਏ ਜਦੋਂ, ਉਸ ਵਕਤ ਜਿਹੜੇ ਇਹ ਸਨ ਹਿੰਦੂ ਸਿੱਖ, ਇਹ ਇੱਕ ਤਾਂ ਕਾਰੋਬਾਰੀ ਸਨ ਔਰ ਬੜੇ ਅਮੀਰ ਆਦਮੀ ਸਨ। ਮੰਡੀ ਸ਼ਹਿਰ ਦੇ ਅੰਦਰ ਜਿਹੜੀ ਗੱਲਾ ਮੰਡੀ ਸੀ, ਇਹਦੇ ਵਿੱਚ ਕਮਿਊਨਿਟੀ ਹਿੰਦੂ ਕਮਿਊਨਿਟੀ ਜ਼ਿਆਦਾ ਆਬਾਦ ਸੀ। ਇਹਦੇ 'ਚ ਸਭ ਤੋਂ ਪਹਿਲੀ ਜਿਹੜੀ ਦੁਕਾਨ ਹੈ ਜੀ, ਇਹ ਅੰਮ੍ਰਿਤਸਰ ਦਾ ਸੀ, ਕਾਲੂ ਰਾਮ ਮਹਾਜਨ ਰਾਏ। ਠੀਕ ਹੈ। ਇਹ ਉਹਨੂੰ ਅਲਾਟ ਹੋਈ ਸੀ ਦੁਕਾਨ। ਅੱਛਾ। ਬਾਕੀ ਇੱਥੇ ਜ਼ਿਆਦਾਤਰ ਹਿੰਦੂ ਔਰ ਸਿੱਖ ਸਨ ਜਿਹੜੇ ਬਾਹਰੋਂ ਆਏ ਹੋਏ ਸਨ। 3 ਮੁਸਲਮਾਨ ਆੜਤੀ ਸਨ। ਇੱਕ ਦਾ ਨਾਂ ਸੀ ਚੌਧਰੀ ਫਤਿਹ ਮੁਹੰਮਦ, ਇਹ ਹੁਸ਼ਿਆਰਪੁਰ ਦੇ ਗੁੱਜਰ ਸਨ। ਇਹ ਸਨ ਇੱਕ ਸ਼ੇਖ ਉਮਰਦੀਨ ਸਾਹਿਬ ਸਨ, ਇਹ ਗੁਜਰਾਤ ਦੇ ਰਹਿਣ ਵਾਲੇ ਸਨ, ਇਹ ਆੜਤੀ ਸਨ। ਇੱਕ ਜਲਾਲ ਸ਼ਾਹ ਸਾਹਿਬ ਸਨ ਜਈਏ ਦੇ, ਉਹ ਆੜਤੀ ਸਨ। ਔਰ ਇੱਕ ਚੌਧਰੀ ਭੋਲੇ ਖਾਂ, 3 ਚੱਕ ਵਾਲੇ। ਇਹ 4 ਮੁਸਲਮਾਨ ਆੜਤੀ ਸਨ। ਠੀਕ ਹੈ। ਇਹਨਾਂ ਦੀ ਇੰਨੀ ਮਨੋਪਲੀ ਸੀ ਹਿੰਦੂ ਸਿੱਖਾਂ ਦੀ ਕਿ ਪੂਰੇ ਸਦਰ ਬਾਜ਼ਾਰ ਦੇ ਵਿੱਚ 3 ਜਿਹੜੀ ਬਿਲਡਿੰਗਾਂ ਨੇ ਉਹ ਮੁਸਲਮਾਨਾਂ ਦੀਆਂ ਸਨ। ਚੌਧਰੀ ਭੋਲੇ ਖਾਂ ਦੀ ਬਿਲਡਿੰਗ, ਅੱਛਾ, ਇਹ ਸਦਰ ਬਾਜ਼ਾਰ ਦੇ ਵਿੱਚ। ਠੀਕ ਹੈ। ਅੱਛੀ ਬਿਲਡਿੰਗ ਸੀ ਇਹ, ਵੱਡੀ, ਥੱਲੇ ਦੁਕਾਨਾਂ ਉੱਤੇ ਬਿਲਡਿੰਗ। ਇੱਕ ਮਾਰ ਬਸ਼ੀਰ ਚੇਲੀਆਂ ਵਾਲੇ ਦੇ ਚੌਧਰੀ ਸਨ ਜ਼ਿਮੀਂਦਾਰ, ਉਹਨਾਂ ਦੀ ਦੁਕਾਨ ਸੀ ਫੁਆਰੇ ਚੌਕ ਦੇ ਕੋਲ। ਅੱਛਾ ਜੀ। ਇਹਦੇ ਵਿੱਚ ਡਾਕਟਰ ਨਜ਼ੀਰ ਡੈਂਟਿਸਟ, ਉਹਨਾਂ ਦੀ ਦੁਕਾਨ ਰਹੀ ਹੈ। ਇੱਕ ਸ਼ੇਖ ਉਮਰਦੀਨ ਦੀ ਦੁਕਾਨ ਸੀ। ਇਹ ਵੀ ਬੜੇ ਮੁਸ਼ਕਲ ਔਰ ਕੰਪੀਟੀਸ਼ਨ ਦੇ ਨਾਲ ਅਲਾਟਮੈਂਟਾਂ ਦੇ ਵਿੱਚ ਲਈ ਸੀ। ਠੀਕ ਹੈ ਜੀ, ਠੀਕ ਹੋ ਗਿਆ। ਅੱਛਾ, ਇਹ ਮੈਨੂੰ ਦੱਸੋ ਕਿ ਇੱਥੇ ਸ਼ਹਿਰ ਦੇ ਵਿੱਚ ਤਾਰੀਖੀ ਹਵਾਲੇ ਨਾਲ ਹੁਣ ਪੁਰਾਣੀਆਂ ਇਮਾਰਤਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਮੌਜੂਦ ਨੇ। ਠੀਕ ਹੋ ਗਿਆ। ਔਰ ਮੁਹੱਲਿਆਂ ਦੇ ਨਾਮ ਵੀ ਬੜੇ ਆਪਣਾ ਇੱਥੇ ਮੈਨੂੰ ਮਸ਼ਹੂਰ ਮੁਹੱਲਿਆਂ ਦੇ ਜ਼ਰਾ ਨਾਮ ਦੱਸ ਦਿਓ। ਹਾਂਜੀ, ਇੱਕ ਤਾਂ ਸੀ ਮੁਨਸ਼ੀ ਮੁਹੱਲਾ। ਠੀਕ ਹੈ ਬਲਕਿ ਜੀ, ਮੁਨਸ਼ੀ ਮੁਹੱਲਾ ਹਲੇ ਵੀ ਹੈ ਇੱਥੇ। ਇੱਕ ਮੁਨਸ਼ੀ ਨਾਰਾਇਣ ਦਾਸ ਜਾਂ ਨਾਰਾਇਣ ਸਿੰਘ। ਠੀਕ ਹੈ। ਇਹ ਥਾਣੇ ਸਦਰ ਦਾ ਬੜਾ ਲੰਬਾ ਅਰਸਾ ਇਹ ਮੁਨਸ਼ੀ ਰਿਹਾ। ਅੱਛਾ ਜੀ। ਮੁਨਸ਼ੀ ਮਹੱਲੇ ਜਿੱਥੇ ਸ਼ੇਖ ਬਸ਼ਾਰਤ ਦਾ ਘਰ ਸੀ, ਇਸ ਮਕਾਨ ਦੇ ਵਿੱਚ ਇਹ ਰਹਿੰਦਾ ਹੁੰਦਾ ਸੀ ਕਿਰਾਏ 'ਤੇ। ਠੀਕ ਹੈ। ਇਬਰਾਰੁਲ ਹਕ ਵਕੀਲ ਦੇ ਘਰ ਦੇ ਸਾਹਮਣੇ ਜਨੂਬ ਵਾਲੀ ਸਾਈਡ 'ਤੇ। ਉਹਦੀ ਵਜ੍ਹਾ ਨਾਲ ਇਹਦਾ ਨਾਮ ਮੁਨਸ਼ੀ ਮਹੱਲਾ ਪੈ ਗਿਆ। ਸਕੂਲ ਮਹੱਲਾ ਜਿਹੜਾ ਹੈ ਖਾਲਸਾ ਸਕੂਲ ਦੀ ਵਜ੍ਹਾ ਨਾਲ। ਜਿਹੜਾ ਅੱਜ ਕੱਲ੍ਹ ਗਾਂਧੀ ਮਹੱਲਾ ਹੈ, ਜਿਹਨੂੰ ਪਾਕਿਸਤਾਨ ਬਣਨੇ ਤੋਂ ਬਾਅਦ ਅਸੀਂ ਮਹੱਲਾ ਤੌਹੀਦਗੰਜ ਔਰ ਉਸਮਾਨੀਆ ਮਹੱਲਾ ਦਾ ਨਾਂ ਦੇ ਛੜਿਆ। ਇਹ ਐਕਚੁਅਲੀ ਪੁਰਾਣੀ ਪਿੰਡੀ ਦੇ 2 ਭਰਾ ਸਨ, ਸੁਖਦੇਵ ਸਿੰਘ ਗਾਂਧੀ ਔਰ ਤਾਰਾ ਸਿੰਘ ਗਾਂਧੀ। ਇਹ ਸਾਰੀ ਜ਼ਮੀਨ ਉਹਨਾਂ ਦੀ ਸੀ, ਉਹ ਵਾਹੀ ਕਰਦੇ ਸਨ ਇੱਥੇ। ਅੱਛਾ ਅੱਛਾ ਅੱਛਾ। ਜਦੋਂ ਇਹ ਨਕਸ਼ਾ ਬਣਿਆ, ਉਸ ਨਕਸ਼ੇ ਦੇ ਵਿੱਚ ਸਟੇਸ਼ਨ ਦੇ ਸਾਹਮਣੇ ਬਿਲਕੁਲ ਜਿਹੜਾ ਅੱਜ ਕੱਲ੍ਹ ਸਦਰ ਗੇਟ ਬਣਿਆ ਹੈ ਨਾ ਜੀ, ਇਹ ਗੇਟ ਉੱਥੇ ਨਹੀਂ ਸੀ। ਔਰ ਬਾਜ਼ਾਰ ਜਿਹੜਾ ਹੈ ਨਾ, ਸਦਰ ਬਾਜ਼ਾਰ ਜਿਹੜਾ ਅੱਜ ਕੱਲ੍ਹ ਹੈ, ਇਹ ਇੱਥੇ ਨਹੀਂ ਸੀ। ਇਹ ਸਟੇਸ਼ਨ ਦੇ ਬਿਲਕੁਲ ਸਾਹਮਣੇ ਪੈਂਦਾ ਸੀ। ਲੇਕਿਨ ਇਹਨਾਂ ਨੇ ਕੇਸ ਕੀਤਾ, ਸਟੇ ਲਿਆ, ਆਖਿਰਕਾਰ ਕੇਸ ਜਿੱਤ ਗਏ। ਉਹ ਬਾਜ਼ਾਰ ਜਿਹੜਾ ਹੈ ਫਿਰ ਉੱਥੇ ਨਾ ਬਣਿਆ। ਠੀਕ ਹੈ। ਉਹ ਥੋੜ੍ਹਾ ਹਟ ਕੇ ਬਣਿਆ। ਇਹ ਬਾਜ਼ਾਰ ਇੱਥੇ ਜਿਹੜਾ ਡਿਪਟੀ ਕਮਿਸ਼ਨਰ ਸੀ ਜ਼ਿਲ੍ਹਾ ਗੁਜਰਾਤ ਦਾ ਉਸ ਵਕਤ, ਉਹਦਾ ਨਾਂ ਸੀ ਮਨ ਲਾਲ ਸਿੰਘ, ਡੋਗਰਾ ਸੀ। ਠੀਕ ਹੈ। ਇਹਨੇ ਮੁਸਲਮਾਨਾਂ ਔਰ ਦੂਸਰਿਆਂ ਲੋਕਾਂ ਦੇ ਅੰਦਰ ਨਾ ਜੀ ਕਾਫੀ ਕੰਪੀਟੀਸ਼ਨ ਕਰਾ ਕੇ ਜਿਹੜੇ ਇੱਥੇ ਪਲਾਟ ਸਨ ਨਾ, ਉਹ ਬੜੇ ਮਹਿੰਗੇ ਵੇਚੇ ਸਨ। ਅੱਛਾ। ਗੌਰਮੈਂਟ ਨੂੰ ਉਹਦੇ ਨਾਲ ਬੜਾ ਫਾਇਦਾ ਹੋਇਆ ਸੀ। ਉਸ ਦੀ ਵਜ੍ਹਾ ਨਾਲ ਇਹਨੂੰ ਅਵਾਰਡ ਦਿੱਤਾ ਗਿਆ ਕਿ ਬਈ ਇਹਦੇ ਨਾਂ ਦਾ ਗੇਟ ਜਿਹੜਾ ਹੈ ਨਾ ਉਹ ਇਰੈਕਟ ਕੀਤਾ ਜਾਏਗਾ। ਉਹ ਫਿਰ ਇਹ ਜਿਹੜਾ ਗੇਟ ਸੀ ਇਹਦਾ ਨਾਮ ਮਨ ਲਾਲ ਸਿੰਘ ਗੇਟ ਸੀ। ਠੀਕ ਹੈ। ਸੰਨ 33 ਦੇ ਵਿੱਚ ਬਣਿਆ ਹੈ। ਅੱਛਾ।
ਬਾਅਦ ਦੇ ਵਿੱਚ ਅਸੀਂ ਫਿਰ ਇਹਨੂੰ ਸਦਰ ਬਾਜ਼ਾਰ ਕਰਤਾ, ਇਹ ਜਿਹੜਾ ਸਦਰ ਗੇਟ ਕਰ ਦਿੱਤਾ। ਜੀ ਜੀ। ਇਹ ਜਿਹੜਾ ਬਾਜ਼ਾਰ ਸੀ ਇਹ ਲਾਲ ਬਾਜ਼ਾਰ ਸੀ, ਮਨਲਾਲ ਬਾਜ਼ਾਰ। ਅੱਛਾ, ਉਹਦੇ ਨਾਮ ਤੇ ਸੀ ਮਨਲਾਲ ਅੱਛਾ, ਉਹ ਜਿਹੜੇ ਸਿੱਖ ਸਨ ਗਾਂਧੀ, ਜੀ ਜੀ। ਉਹਨਾਂ ਨੇ ਇੱਕ ਕੇਸ ਦੇ ਵਿੱਚ ਇੱਕ ਸ਼ਰਤ ਜਿਹੜੀ ਹੈ ਨਾ ਉਹ ਰੱਖੀ ਸੀ ਅੱਛਾ, ਕਿ ਜਦੋਂ ਕਦੀ ਵੀ ਇੱਥੇ ਆਬਾਦੀ ਹੋਏਗੀ ਉਹਦਾ ਨਾਂ ਸਰਕਾਰੀ ਤੌਰ ਤੇ ਗਾਂਧੀ ਮਹੱਲਾ ਹੋਏਗਾ। ਤੇ ਉਰਫੇ ਆਮ ਦੇ ਵਿੱਚ ਅਜੇ ਵੀ ਇਹ ਗਾਂਧੀ ਮਹੱਲਾ ਹੀ ਹੈ, ਲੇਕਿਨ ਸਰਕਾਰੀ ਤੌਰ ਤੇ। ਲੇਕਿਨ ਉਸਮਾਨੀਆ ਮਹੱਲਾ ਕਚਹਿਰੀ ਰੋਡ ਤੋਂ ਸ਼ਮਾਲ ਵਾਲੀ ਸਾਈਡ ਤੇ ਔਰ ਜਨੂਬ ਵਾਲੀ ਸਾਈਡ ਤੇ ਤੌਹੀਦਗੰਜ। ਗੂੜਾ ਮਹੱਲਾ ਜਿਹੜਾ, ਇਹਦਾ ਨਾਮ ਕੀ ਸੀ ਜੀ? ਗੂੜਾ ਮਹੱਲੇ ਦੀ ਇਹਦਾ ਨਾਮ ਵੈਸੇ ਤੇ ਕੁਝ ਹਿੱਸੇ ਦਾ ਨਾਮ ਜਿਹੜਾ ਹੈ ਮਸ਼ਰਕੀ ਸਾਈਡ ਤੇ ਸੀ ਨਾ, ਜਿੱਥੇ ਗੁਰਦੁਆਰਾ ਸਾਹਿਬ ਸੀ ਸੰਤ ਨਸਚਲ ਸਿੰਘ ਵਾਲਾ, ਇਹਦਾ ਨਾਮ ਸੀ ਸੰਤਪੁਰਾ। ਠੀਕ। ਸੰਤਪੁਰਾ। ਲੇਕਿਨ ਸਨ 1929 ਦਾ ਜਿਹੜਾ ਸੈਲਾਬ ਆਇਆ ਸੀ 26 ਸਤੰਬਰ ਨੂੰ, ਉਹਦੇ ਵਿੱਚ ਗੁੜਾ ਆਸ਼ਮ ਸ਼ਾਹ ਤੋਂ ਲੋਕ ਉੱਠ ਕੇ ਉਹ ਇੱਥੇ ਆ ਕੇ ਆਬਾਦ ਹੋਏ ਸਨ। ਤੇ ਇਹ 3-4 ਗੂੜੇ ਸਨ। ਇੱਕ ਗੂੜੇ ਦਾ ਤਾਂ ਮੈਨੂੰ ਨਾਂ ਯਾਦ ਹੈ, ਗੂੜਾ ਨਬੀ ਖਾਂ। ਠੀਕ ਹੈ। ਇਹ ਗੂੜੇ ਫਿਰ ਉਸ ਗੂੜੇ ਆਸ਼ਮ ਦੀ ਵਜ੍ਹਾ ਨਾਲ ਇਹਨਾਂ ਦਾ ਨਾਂ ਪਿਆ ਰਿਹਾ ਗੂੜਾ ਮਹੱਲਾ। ਜੀ। ਇਹ ਇਟ ਵਾਜ਼ ਨਾਟ ਪਾਰਟ ਆਫ ਮੰਡੀ ਬਾਉਦੀਨ ਸਿਟੀ। ਅੱਛਾ। ਮੰਡੀ ਬਾਉਦੀਨ ਸਿਟੀ ਜਿਹੜਾ ਹੈ ਨਾ ਜੀ, ਸਰਕਾਰੀ ਤੌਰ ਤੇ ਉਹ ਸੀ ਰੇਲਵੇ ਰੋਡ ਤੋਂ ਲੈ ਕੇ ਰੋਜ਼ ਸਿਨੇਮੇ ਦੀ ਸੜਕ ਤੱਕ। ਠੀਕ ਹੈ। ਔਰ ਮਗਰਬ ਮਸ਼ਰਕ ਸੀ ਕਾਲਜ ਚੌਕ ਵਾਲੀ ਸੜਕ ਜਿਹੜੀ ਡਾਖਾਨੇ ਵਾਲਾ ਰੋਡ ਹੈ, ਜੀ ਜੀ, ਇੱਥੋਂ ਲੈ ਕੇ ਤੇ ਇਮਾਮ ਬਾਰਗਾਹ ਜਿਹੜਾ ਹੈ ਨਾ ਜੀ ਬਾਜ਼ਾਰ ਵਾਲੇ, ਜੀ ਜੀ, ਬਾਜ਼ਾਰ ਵਾਲਾ ਜੀ। ਇਹ ਜਿਹੜੀ ਗਲੀ ਜਾ ਰਹੀ ਹੈ ਨਾ ਜਨੂਬ ਦੀ ਤਰਫ, ਜੀ ਜੀ, ਇਹ ਗਲੀ ਐਂਡ ਹੈ ਸਿਟੀ ਦਾ ਮਸ਼ਰਕੀ ਸਾਈਡ ਤੇ। ਠੀਕ। ਇਹ ਅਸੀਂ ਆਪ ਵੀ ਵੇਖਦੇ ਰਹੇ ਹਾਂ। ਸਲੀਮ ਕਲਾਥ ਹਾਊਸ ਜਿੱਥੇ ਹੈ, ਜੀ ਜੀ, ਇੱਥੋਂ ਲੈ ਕੇ ਗੂੜੇ ਚੌਕ ਤੱਕ ਦੁਪਹਿਰ ਗਰਮੀਆਂ ਦੇ ਵਿੱਚ ਕੋਈ ਬੰਦਾ ਵੀ ਨਹੀਂ ਸੀ ਨਜ਼ਰ ਆਉਂਦਾ। ਅੱਛਾ ਜੀ। ਜੀ। ਇਹ ਸੱਜੇ ਖੱਬੇ ਖੇਤ ਸਨ ਜਾਂ ਟੋਏ ਸਨ। ਯਾਨੀ ਕਿ ਸਟੇਡੀਅਮ ਵਗੈਰਾ ਜਿਹੜਾ ਹੈ ਇਹ ਸਾਰਾ ਕਾਇਦ ਆਜ਼ਮ ਸਟੇਡੀਅਮ ਜਿਹੜਾ ਹੈ, ਜੀ ਜੀ, ਉਹ ਜੀ ਉਹ ਜਿਹੜਾ ਕਾਇਦ ਆਜ਼ਮ ਸਟੇਡੀਅਮ ਹੈ ਨਾ ਜੀ, ਇਹ ਐਕਚੁਅਲੀ ਸੀ ਦੁਸਹਿਰਾ ਗਰਾਊਂਡ। ਅੱਛਾ, ਜਿਹਨੂੰ ਹੁਣ ਪੁਰਾਣਾ ਹੈ, ਗਰਾਊਂਡ ਪੁਰਾਣਾ, ਜਿਹਨੂੰ ਹੁਣ ਸਿਨੇਮਾ ਗਰਾਊਂਡ ਕਹਿੰਦੇ ਨੇ। ਗਰਾਊਂਡ ਕਿਹਾ ਜਾਂਦਾ। ਹਾਂਜੀ ਜੀ ਜੀ। ਅੱਛਾ, ਇੱਥੇ ਦੁਸਹਿਰਾ ਲੱਗਦਾ ਹੁੰਦਾ ਸੀ। ਇਹ ਦੁਸਹਿਰੇ ਦਾ ਮੇਲਾ ਲੱਗਦਾ ਸੀ ਇੱਥੇ। ਠੀਕ। ਇਹ ਦੁਸਹਿਰਾ ਗਰਾਊਂਡ ਹੈ। ਠੀਕ। ਆਰੀਆ ਸਮਾਜ ਮੰਦਿਰ ਹੈ ਬਾਜ਼ਾਰ ਦੇ ਵਿੱਚ। ਇੱਕ ਹੀ ਮੰਦਿਰ ਹੈ ਜਾਂ ਕਿੰਨੇ ਮੰਦਿਰ ਨੇ ਟੋਟਲ? ਮੰਦਿਰ ਇੱਥੇ ਜਨਾਬ ਮੰਦਿਰ ਨੇ ਇੱਕ ਮੰਦਿਰ ਤੇ ਹੈ ਮੋਟੇ ਫੀਕੇ ਵਾਲੇ ਚੌਕ ਦੇ ਵਿੱਚ, ਜਿਹੜਾ ਅਲਾਟ ਕਰਾ ਲਿਆ ਖਾਜਗਾਨ ਨੇ। ਉਹਦਾ ਨਾਮ ਸੀ ਆਰੀਆ ਸਮਾਜ ਮੰਦਿਰ? ਨਹੀਂ, ਆਰੀਆ ਸਮਾਜ ਮੰਦਿਰ ਬਾਜ਼ਾਰ ਦੇ ਵਿੱਚ ਹੈ, ਬਾਜ਼ਾਰ ਦੇ ਵਿੱਚ, ਸਦਰ ਬਾਜ਼ਾਰ ਦੇ ਵਿੱਚ। ਠੀਕ ਹੈ। ਠੀਕ ਹੈ ਜੀ। ਇਹ ਜਿਹੜਾ ਮੋਟੇ ਫੀਕੇ ਵਾਲੇ ਚੌਕ 'ਚ ਇਹਦਾ ਕੀ ਨਾਮ ਹੈ? ਇਹਦੇ ਨਾਂ ਦਾ ਨਹੀਂ ਪਤਾ, ਲੇਕਿਨ ਅੰਦਰੋਂ ਬਹੁਤ ਖੂਬਸੂਰਤ ਸੀ। ਠੀਕ ਹੈ। ਔਰ ਉਹ ਜਿਹੜਾ ਗੇਟ ਹੈ ਜਿੱਥੇ ਮੋਟੇ ਫੀਕੇ ਦਾ ਚੌਕ ਹੈ, ਜੀ ਜੀ, ਉਸ ਤੋਂ ਮਗਰਬ ਦੀ ਤਰਫ ਮੰਦਿਰ ਸੀ, ਮਸ਼ਰਕ ਦੀ ਤਰਫ ਗੁਰਦੁਆਰਾ ਸੀ। ਅੱਛਾ। ਇੱਕ ਗੁਰਦੁਆਰਾ ਜਿਹੜਾ ਹੈ ਗੁਰਦੁਆਰਾ ਮਾਈਆਂ ਸਾਹਿਬ, ਠੀਕ ਹੈ, ਇਹ 5 ਵਾਰਡ ਦੇ ਵਿੱਚ ਹੈ, ਠੀਕ ਹੈ, ਜਿਹੜਾ ਕਿ ਸਨ 1947 ਦੇ ਵਿੱਚ ਇਹਨੂੰ ਬਲਾਕ ਨੰਬਰ 1 ਕਿਹਾ ਜਾਂਦਾ ਸੀ। ਹਾਂਜੀ। ਅੱਜ ਕੱਲ੍ਹ ਇਹ ਵਾਰਡ ਨੰਬਰ 5 ਹੈ। ਜੀ ਜੀ। ਤੇ ਇੱਕ ਮੰਦਿਰ ਜਿਹੜਾ ਹੈ ਉਹ ਇੱਥੇ ਗੂੜੇ ਵਿੱਚ ਵੀ ਹੈ ਸੀ, ਲੇਕਿਨ ਉਹਦੀ ਮੈਂ ਨਿਸ਼ਾਨਦੇਹੀ ਨਹੀਂ ਕਰ ਸਕਦਾ। ਹੋਰ ਸ਼ਹਿਰ ਦੇ ਵਿੱਚ ਕੋਈ ਹੋਰ ਗੁਰਦੁਆਰੇ ਕਿੰਨੇ ਸੀ ਇੱਥੇ? ਗੁਰਦੁਆਰਾ ਜੀ ਇੱਕ ਤੇ ਗੂੜੇ ਵਾਲਾ ਸੀ, ਗੂੜੇ ਵਾਲਾ, ਇੱਕ ਅੰਦਰੂਨ ਗੂੜੇ ਦੇ ਵਿੱਚ ਵੀ ਸੀ, ਠੀਕ ਹੈ, ਜਿਹੜਾ ਹੁਣ ਡਿਮੋਲਿਸ਼ ਹੋ ਗਿਆ। ਠੀਕ ਹੈ। ਇੱਕ ਗੁਰਦੁਆਰਾ ਜਿਹੜਾ ਹੈ ਉਹ ਮੋਟੇ ਫੀਕੇ ਚੌਕ ਦੇ ਵਿੱਚ ਸੀ, ਹਾਂਜੀ, ਉੱਥੇ PWD ਦਾ ਦਫ਼ਤਰ ਰਿਹਾ। ਔਰ ਇੱਕ ਗੁਰਦੁਆਰਾ ਜਿਹੜਾ ਹੈ ਉਹ 5 ਵਾਰਡ ਦੇ ਵਿੱਚ ਗੁਰਦੁਆਰਾ ਮਾਈਆਂ ਸਾਹਿਬ, ਠੀਕ ਹੈ, ਇਹ ਸਿਰਫ ਬੀਬੀਆਂ ਵਾਸਤੇ ਸੀ, ਉੱਥੇ ਹੁਣ ਕਸ਼ਮੀਰੀ ਆਬਾਦ ਨੇ। ਅੱਛਾ ਜੀ, ਪੁਰਾਣੀਆਂ ਮਸਜਿਦਾਂ ਕਿੰਨੀਆਂ ਨੇ ਮੰਡੀ ਬਾਉਦੀਨ ਸਿਟੀ ਦੇ ਅੰਦਰ? ਪੁਰਾਣੀ ਮਸਜਿਦਾਂ ਇੱਕ ਹੀ ਵੱਡੀ ਮਸਜਿਦ ਹੈ, ਠੀਕ ਹੈ, ਮੀਨਾਰ ਵਾਲੀ ਕੁਹੰਦੀ ਹੈ। ਜੀ ਜੀ। ਇਹ ਜਨਾਬ ਇਹ ਮਸਜਿਦ ਐਕਚੁਅਲੀ ਇਸ ਤਰ੍ਹਾਂ ਹੈ ਕਿ ਜਦੋਂ ਇਹ ਸ਼ਹਿਰ ਆਬਾਦ ਕੀਤਾ ਗਿਆ, ਜੀ ਜੀ, ਉਦੋਂ ਅੰਗਰੇਜ਼ ਨੇ ਪਾਲਿਸੀ ਬਣਾਈ ਕਿ ਤਮਾਮ ਜਿਹੜੀ ਅਕਵਾਮ ਨੇ, ਉਹਨਾਂ ਦੇ ਮਜ਼ਹਬ ਨੇ, ਜੀ ਜੀ, ਉਹਨਾਂ ਨੂੰ ਇੱਕ ਇੱਕ ਇਬਾਦਤਗਾਹ ਜਿਹੜੀ ਅਲਾਟ ਕੀਤੀ ਜਾਏ। ਅਲਾਟ ਕੀਤੀ ਜਾਏ, ਬਿਲਕੁਲ ਸਹੀ ਹੈ। ਮੁਸਲਮਾਨਾਂ ਨੂੰ ਜਿਹੜੀ ਜਗ੍ਹਾ ਅਲਾਟ ਕੀਤੀ ਗਈ ਉਹ ਅੱਜ ਕੱਲ੍ਹ ਸਬਜ਼ੀ ਮੰਡੀ ਤੇ ਬਾਹਰ ਜਗ੍ਹਾ ਬਣਦੀ ਹੈ, ਠੀਕ ਹੈ, ਇੱਥੇ ਕੀਤੀ ਗਈ ਸੀ, ਜਿੱਥੇ ਆੜਤ ਹੁੰਦੀ ਹੈ ਨਾ ਸਬਜ਼ੀ ਮੰਡੀ, ਉੱਥੇ। ਇੱਥੇ ਹਿੰਦੂ ਚੂੰਕਿ ਅਕਸਰੀਅਤ ਦੇ ਵਿੱਚ ਸਨ, ਸਿਆਸੀ ਤੌਰ 'ਤੇ ਵੀ ਤਕੜੇ ਸਨ, ਜੀ ਜੀ,
ਔਰ ਮਾਲੀ ਤੌਰ 'ਤੇ ਵੀ ਤਕੜੇ ਸਨ, ਇੰਤਜ਼ਾਮੀ ਤੌਰ 'ਤੇ ਵੀ ਤਕੜੇ ਸਨ। ਉਹਨਾਂ ਨੇ ਰੌਲਾ ਰੂਲਾ ਬਣਾ ਕੇ ਇੱਥੋਂ ਹਟਵਾਇਆ ਮਸਜਿਦ ਨੂੰ। ਅੱਛਾ। ਇਹ ਮਸਜਿਦ ਚਲੀ ਗਈ ਜਿੱਥੇ ਅੱਜ ਕੱਲ੍ਹ GTS ਵਾਲੀ ਗਲੀ ਹੈ ਨਾ ਜੀ, ਜੀ ਜੀ, ਇੱਥੇ ਕਰਕੇ ਚਲੀ ਗਈ। ਠੀਕ ਹੈ। ਇੱਥੇ ਫਿਰ ਇਹਨਾਂ ਹਿੰਦੂਆਂ ਨੇ ਰੌਲਾ ਬਣਾ ਛੜਿਆ ਕਿ ਜੀ ਇਹ ਮਸਜਿਦ ਹੈ ਜਨਾਬ, ਇੱਥੇ ਸਾਡੇ ਵਾਸਤੇ ਬੜਾ ਖਤਰਾ ਰਹੇਗਾ। ਫਿਰ ਇਹ ਮਸਜਿਦ ਦੀ ਜਗ੍ਹਾ ਜਿਹੜੀ ਹੈ, ਇਹ ਜਿੱਥੇ ਮੌਜੂਦਾ ਜਗ੍ਹਾ ਹੈ ਨਾ, ਜੀ ਜੀ, ਇੱਥੇ ਦਿੱਤੀ ਗਈ 2000 ਰੁਪਇਆ ਕਨਾਲ ਦੇ ਹਿਸਾਬ ਨਾਲ। ਅੱਛਾ ਜਾਂ ਉਹ ਜਗ੍ਹਾ ਫਿਰ ਮਸਜਿਦ ਬਣਨੀ ਸ਼ੁਰੂ ਹੋਈ, ਲੇਕਿਨ ਮੁਸਲਮਾਨ ਮਾਲੀ ਤੌਰ 'ਤੇ ਬੜੇ ਕਮਜ਼ੋਰ ਸਨ। ਜੀ ਜੀ, ਇਸ ਮਸਜਿਦ ਵਾਸਤੇ ਚੰਦਾ ਬੜੀ ਦੂਰੋਂ ਇਕੱਠਾ ਹੋਇਆ। ਮੈਂ ਗੱਲ ਕਰ ਰਿਹਾ ਸੀ ਸੂਫੀ ਮੁਹੰਮਦ ਦੀਨ ਸਾਹਿਬ। ਜੀ ਜੀ, ਇਹ ਬੜੇ ਨਾਬਗਾ ਰੁਜ਼ਗਾਰ ਕਿਸਮ ਦੇ ਬੰਦੇ ਸਨ। ਪੁਰਾਣੀ ਪਿੰਡੀ ਇਹਨਾਂ ਨੇ ਪ੍ਰੈਸ ਲਾਇਆ। ਅੱਛਾ। ਔਰ ਇਹਨਾਂ ਨੇ ਪਬਲਿਸ਼ਿੰਗ ਸ਼ੁਰੂ ਕਰ ਛੜੀ। ਉਸ ਤੋਂ ਇਲਾਵਾ ਇਹਨਾਂ ਨੇ ਇੱਕ ਰਸਾਲਾ ਸੂਫੀ ਕੱਢਣਾ ਸ਼ੁਰੂ ਕੀਤਾ। ਅੱਛਾ। ਇਹ ਸੂਫੀ ਰਸਾਲਾ ਕਿਸੇ ਹੱਦ ਤੱਕ ਥੋੜਾ ਸਿਆਸੀ, ਮਜ਼ਹਬੀ, ਸਮਾਜੀ ਜੀ ਜੀ, ਔਰ ਅਦਬੀ ਰਸਾਲਾ ਸੀ। ਔਰ ਇਸ ਦਾ ਇਜਾਜ਼ ਇਹ ਹੈ ਕਿ ਅਲਾਮਾ ਇਕਬਾਲ ਸਾਹਿਬ ਦੀ ਬਹੁਤ ਸਾਰੀ ਨਜ਼ਮਾਂ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਸੂਫੀ ਰਸਾਲੇ ਦੇ ਵਿੱਚ ਆਇਆ ਹੋਈਆਂ। ਅੱਛਾ ਜੀ। ਉਸ ਤੋਂ ਇਲਾਵਾ ਬਰੇ ਸਗੀਰ ਦੇ ਨਾਮਵਰ ਅਦਬਾ ਜਿਹੜੇ ਨੇ ਉਹਨਾਂ ਦੀ ਤਹਿਰੀਰਾਂ ਇੱਥੇ ਛਾਇਆ ਹੁੰਦੀਆਂ ਸਨ। ਉਹਦੇ ਵਿੱਚ ਖਾਜਾ ਹਸਨ ਨਿਜ਼ਾਮੀ, ਸੀਮਾਬ ਅਕਬਰਾਬਾਦੀ ਵਗੈਰਾ ਵਗੈਰਾ, ਇਹਨਾਂ ਨੂੰ ਮੈਂ ਆਪ ਪੜ੍ਹਦਾ ਰਿਹਾ। ਜੀ ਜੀ। ਫਿਰ ਇੱਕ ਇੰਟਰਨੈਸ਼ਨਲੀ ਤੌਰ 'ਤੇ ਡਾਕਟਰ ਅਲੀ ਸ਼ਰੀਅਤੀ ਈਰਾਨ ਤੋਂ, ਠੀਕ ਹੈ। ਖਾਲਦਾ ਅਦੀਬ ਖਾਨਮ ਤੁਰਕੀ ਤੋਂ, ਔਰ ਮੁਹੰਮਦ ਅਬਦੂਹੂ ਮਿਸਰ ਤੋਂ। ਇਹ ਵੀ ਇਹਦੇ ਵਿੱਚ ਛਪਦੇ ਸਨ। ਅੱਛਾ ਜੀ। ਔਰ ਬਹੁਤ ਦਫਾ ਜਿਹੜਾ ਇਹਨਾਂ ਦਾ ਇਦਾਰਾ ਹੈ ਇਤਲਾਤ ਨਸ਼ਰੀਆਤ ਵਾਲਿਆਂ ਦਾ, ਇਹਨਾਂ ਦੀ ਗਿਣਤੀ ਦੇ ਵਿੱਚ ਸੂਫੀ ਰਸਾਲਾ ਦੀ ਅਸ਼ਾਤ ਬਰੇ ਸਗੀਰ ਦੇ ਵਿੱਚ ਤਮਾਮ ਰਸਾਲਿਆਂ ਤੋਂ ਜ਼ਿਆਦਾ ਸੀ, ਜਿਹਦੇ ਵਿੱਚ ਅਦਬੇ ਲਤੀਫ, ਨਿਗਾਰ, ਹਮਾਇਉਂ ਵਗੈਰਾ ਵੀ ਸ਼ਾਮਲ ਨੇ, ਜਿਹੜੇ ਕਿ ਉਸ ਜ਼ਮਾਨੇ ਦੇ ਟੌਪ ਦੇ ਸਮਝੇ ਜਾਂਦੇ ਨੇ। ਉਹਨਾਂ ਤੋਂ ਵੀ ਜ਼ਿਆਦਾ ਇਸ਼ਾਅਤ ਦੀ ਸੀ। ਔਰ ਛਾਇਆ ਹੁੰਦਾ ਸੀ ਮੰਡੀ ਬਹਾਉਦੀਨ ਤੋਂ। ਉਹ ਮੰਡੀ ਬਹਾਉਦੀਨ, ਪਿੰਡੀ ਬਹਾਉਦੀਨ ਤੋਂ ਛਾਇਆ, ਇੱਥੇ ਪ੍ਰੈਸ ਲਾਇਆ ਸੀ ਪੁਰਾਣੀ ਪਿੰਡੀ ਤੋਂ। ਬਲਕਿ ਸੂਫੀ ਸਾਹਿਬ ਨੇ ਫਿਰ ਇੱਥੇ ਡਾਖਾਨਾ ਮਨਜ਼ੂਰ ਕਰਾਇਆ। ਅੱਛਾ। ਇਹ ਇੱਕ ਅੰਮ੍ਰਿਤਧਾਰਾ ਸੀ ਦਵਾਈ, ਉਹਦਾ ਇਹਨਾਂ ਨੇ ਨੁਸਖਾ ਹਾਸਲ ਕਰਕੇ ਪਿੰਡਦਾਨ ਖਾਨ ਦੇ ਇੱਕ ਹਕੀਮ ਕੋਲੋਂ, ਠੀਕ ਹੈ, 300 ਰੁਪਏ ਦਾ, ਇਹਨਾਂ ਨੇ ਉਹਦਾ ਨਾਂ ਫਿਰ ਆਬੇ ਹਯਾਤ ਰੱਖ ਕੇ ਉਹਨੂੰ ਬਣਾਉਣਾ ਸ਼ੁਰੂ ਕੀਤਾ ਔਰ ਵੇਚਣਾ ਸ਼ੁਰੂ ਕੀਤਾ। ਔਰ ਉਸ ਦੀ ਵਜ੍ਹਾ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਅੱਲਾਹ ਪਾਕ ਨੇ ਫਰਾਗਤ ਦਿੱਤੀ, ਆਮਦਨ ਇਹਨਾਂ ਦੀ ਹੋਈ, ਇਹ ਰਈਸ ਹੋ ਗਏ। ਠੀਕ ਹੈ। ਅਤੇ ਇੱਥੇ ਡਾਕਖਾਨਾ ਆਬੇ ਹਯਾਤ ਬਣ ਗਿਆ, ਜਿਹਦੇ ਮੁਤਲਕ ਮੈਂ ਪੁਰਾਣੇ ਬੰਦਿਆਂ ਕੋਲੋਂ ਸੁਣਿਆ ਕਿ ਰੇੜਿਆਂ ਦੇ ਉੱਤੇ ਇਹਨਾਂ ਦੀ ਡਾਕ ਆਉਂਦੀ ਸੀ ਔਰ ਰੇੜਿਆਂ ਦੇ ਉੱਤੇ ਇਹਨਾਂ ਦੀ ਡਾਕ ਜਾਂਦੀ ਹੁੰਦੀ ਸੀ। ਇੰਨੀ ਡਾਕ ਇਹਨਾਂ ਦੀ ਆਉਂਦੀ ਸੀ। ਤੁਸੀਂ ਦੇਖੋ ਨਾ ਕਿ ਪੂਰੇ ਬਰੇ ਸਗੀਰ ਦੇ ਜਿਹੜੇ ਅਦੀਬ ਨੇ ਉਹ ਇੱਥੇ ਲਿਖ ਰਹੇ ਨੇ, ਜਿਹੜੇ ਮੈਂ ਨਾਂ ਲਏ ਨੇ, ਅਤੇ ਐਵੇਂ ਚਾਹੁੰਦੇ ਕੀ ਹੋਏ ਨਾ ਜੀ। ਮੇਰੇ ਕੋਲ ਇਸ ਵੇਲੇ ਲਿਸਟ ਮੌਜੂਦ ਨਹੀਂ ਹੈ, ਮੈਂ ਤਲਾਸ਼ ਤਾਂ ਕੀਤੀ ਲੇਕਿਨ ਮੈਨੂੰ ਮਿਲੀ ਨਹੀਂ। ਇਹ ਸੂਫੀ ਮੁਹੰਮਦ ਦੀਨ ਸਾਹਿਬ ਇੱਕ ਵਾਰੀ ਇੱਥੇ ਟਾਊਨ ਕਮੇਟੀ ਦੇ ਚੇਅਰਮੈਨ ਵੀ ਬਣੇ। ਉਦੋਂ ਟਾਊਨ ਕਮੇਟੀ ਹੁੰਦੀ ਸੀ। ਟਾਊਨ ਕਮੇਟੀ ਦਾ ਚੇਅਰਮੈਨ ਜਿਹੜਾ ਹੈ ਉਹ ਲਾਲਾ ਪਰਮਾਨੰਦ ਸੀ, ਵਕੀਲ ਸੀ। ਅੱਛਾ ਜੀ। ਇਹ ਇੱਥੇ ਟਾਊਨ ਕਮੇਟੀ ਦਾ ਚੇਅਰਮੈਨ ਰਿਹਾ। ਔਰ ਮੈਂ ਸੁਣਿਆ ਕਿ ਜਦੋਂ ਪਾਰਟੀਸ਼ਨ ਤੋਂ ਬਾਅਦ ਇਹ ਇੰਡੀਆ ਗਿਆ, ਜੀ ਜੀ, ਇੰਡੀਆ ਉੱਥੇ ਅੰਜਮਨ ਤਾਜਰਾਨ ਦਾ ਇਹ ਪ੍ਰੈਜ਼ੀਡੈਂਟ ਹੋਇਆ, ਦਿੱਲੀ ਦਾ। ਦਿੱਲੀ ਦਾ ਪ੍ਰੈਜ਼ੀਡੈਂਟ ਹੋਇਆ। ਵੈਸੇ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਕਿ ਇਹ ਸਾਹਮਣੇ ਦੋ ਚੱਕ ਸ਼ਮਾਲੀ, ਜੀ ਜੀ, ਜਿਹਦੇ ਅਸੀਂ ਇੰਟਰਵਿਊ ਵੀ ਕਰਨ ਗਏ ਸਾਂ, ਖੁਸ਼ੀ ਮੁਹੰਮਦ ਦਾ, ਜੀ ਜੀ, ਉੱਥੋਂ ਦਾ ਇੱਕ ਬੰਦਾ ਜਿਹੜਾ ਹੈ ਸਰਦਾਰ ਹਰਮਿੰਦਰ ਸਿੰਘ ਚੱਠਾ, ਠੀਕ ਹੈ, ਉਹ ਹਰਿਆਣੇ ਦੇ 4 ਪੋਰਟਫੋਲੀਓ ਦਾ ਵਜ਼ੀਰ ਰਿਹਾ। ਅੱਛਾ ਜੀ। ਹਾਂਜੀ। ਫਿਰ ਸਾਡੇ ਇੱਥੇ ਮੰਡੀ ਬਹਾਉਦੀਨ ਤੋਂ ਮਗਰਬ ਦੀ ਤਰਫ ਹਰੀਆ ਇੱਕ ਸਟੇਸ਼ਨ ਹੈ, ਪਿੰਡ ਵੀ ਹੈ, ਉੱਥੋਂ ਦੇ 2 ਭੈਣ ਭਰਾ ਵੀ ਇੰਡੀਆ ਦੇ ਵਿੱਚ ਵਜ਼ੀਰ ਰਹੇ ਨੇ। ਭੈਣ ਦਾ ਨਾਂ ਸੀ ਇੰਜਲਾ, ਹਰਿਆਣਵੀ, ਠੀਕ ਹੈ, ਇਹ ਰਹੇ ਹਰਿਆਣੇ ਦੇ ਨੇ। ਉਹ ਵੀ ਉੱਧਰ ਲੱਗ ਗਿਆ ਹਰਿਆਣਵੀ, ਇੱਧਰ ਹਰੀਏ ਦੀ ਵਜ੍ਹਾ ਨਾਲ ਵੀ ਹਰਿਆਣਵੀ ਹੋ ਗਿਆ। ਉਹਦਾ ਭਾਈ ਦਾ ਨਾਂ ਸੀ ਅਜੇ ਮੱਕਣ।
ਅੱਛਾ ਜੀ। ਅਜੇ ਮਕਨ ਫੈਡਰਲ ਮਿਨਿਸਟਰ ਰਿਹਾ ਸਪੋਰਟਸ ਦਾ ਇੰਡੀਆ ਦਾ। ਅੱਛਾ ਜੀ। ਏਂਜਲਾ ਹਰਿਆਣਵੀ ਜਿਹੜੀ ਹੈ ਇਹ ਦਿੱਲੀ ਦੀ ਵਜ਼ੀਰ ਜਲ ਯਾਨੀ ਪਾਣੀ ਦੀ ਵਾਟਰ ਪਾਣੀ ਮਿਨਿਸਟਰ ਹਾਂਜੀ। ਇਹ ਰਹੀ ਹੈ। ਅੱਛਾ ਜੀ, ਜਿਹੜਾ ਹੈ ਵੇ ਮੰਡੀ ਬਹਾਉਦੀਨ ਜ਼ਿਲ੍ਹੇ ਦੀਆਂ ਤਹਿਸੀਲਾਂ ਜਿਹੜੀਆਂ ਨੇ ਇਹ 3 ਨੇ। ਇਹ 3 ਤਹਿਸੀਲਾਂ ਨੇ, ਤਹਿਸੀਲ ਮੰਡੀ ਬਹਾਉਦੀਨ, ਤਹਿਸੀਲ ਮਲਕਵਾਲ ਔਰ ਤਹਿਸੀਲ ਫਾਲੀਆ। ਫਾਲੀਆ। ਸਨ 1851 ਦੇ ਵਿੱਚ, ਸਨ 1849 ਦੇ ਵਿੱਚ ਅੰਗਰੇਜ਼ ਨੇ 31 ਮਾਰਚ 1849 ਨੂੰ ਨੋਟੀਫਾਈ ਕੀਤਾ ਸੀ, ਪੰਜਾਬ ਉਹਨਾਂ ਨੇ ਟੇਕ ਓਵਰ ਕੀਤਾ। ਜੀ ਜੀ। 1851 ਦੇ ਵਿੱਚ ਉਹਨਾਂ ਨੇ ਇੰਤਜ਼ਾਮੀ ਤੌਰ ਤੇ ਜ਼ਿਲ੍ਹੇ ਬਣਾਏ। 2 ਸਾਲ ਬਾਅਦ ਹੀ ਜਾਂ ਜ਼ਿਲ੍ਹਾ ਗੁਜਰਾਤ ਦੀ ਜਿਹੜੀਆਂ ਤਹਿਸੀਲਾਂ ਬਣੀਆਂ ਉਹਦੇ 'ਚ ਇੱਕ ਤਹਿਸੀਲ ਜਿਹੜੀ ਹੈ ਉਹ ਕਾਦਰਾਬਾਦ ਸੀ। ਕਾਦਰਾਬਾਦ ਸੀ। ਕਾਦਰਾਬਾਦ ਉਦੋਂ ਫਾਲੀਆ ਤਹਿਸੀਲ ਨਹੀਂ ਸੀ। ਨਹੀਂ ਸੀ ਹੈ। ਜਦੋਂ ਸੈਲਾਬ ਆਇਆ ਸਨ 26 ਦਾ ਇੱਥੇ, ਠੀਕ ਹੈ। ਸ਼ਾਇਦ ਉਹਦੇ ਵਿੱਚ ਕਾਦਰਾਬਾਦ ਦੀ ਤਹਿਸੀਲ ਜਿਹੜੀ ਉਹ ਵੀ ਪਾਣੀ ਦੇ ਵਿੱਚ ਆਈ ਹੋਣੀ ਹੈ, ਕਿਉਂਕਿ ਜਿਸ ਰਸਤੇ ਤੋਂ ਸੈਲਾਬ ਆਉਂਦਾ ਸੀ ਉਸ ਰਸਤੇ ਦੇ ਉੱਤੇ ਹੀ ਉਹ ਤਹਿਸੀਲ ਸੀ। ਮੇਰੀ ਵੇਖੀ ਹੋਈ ਹੈ, ਅਜੇ ਵੀ ਉਹ ਮਹਿਸੂਸ ਹੁੰਦੀ ਹੈ ਕਿ ਇਹ ਕੋਈ ਪੁਰਾਣੀ ਸਰਕਾਰੀ ਜਗ੍ਹਾ ਹੈ। ਉਹ ਫਿਰ ਤਹਿਸੀਲ ਮੁੰਤਕਿਲ ਹੋਈ ਫਾਲੀਆ ਗਾਲਬਨ 1929 ਦੇ ਵਿੱਚ, ਯਾਨੀ ਕਿ ਕਮੋ ਬੇਸ਼ 70 ਸਾਲ ਬਾਅਦ 70 ਆਲਮੋਸਟ। ਜੀ ਜੀ। 52 ਤੋਂ ਇਹ 3 ਤਹਿਸੀਲਾਂ ਨੇ ਜੀ। ਤੇ ਮਸ਼ਹੂਰ ਜਿਹੜੇ ਇਲਾਕੇ ਨੇ ਕਸਬੇ, ਜੀ ਜੀ ਕਸਬੇ ਦੱਸੋ। ਉਹ ਇਹ ਫਾਲੀਆ, ਕਾਦਰਾਬਾਦ, ਗੋਜਰਾ, ਚੇਲੀਆਂਵਾਲਾ, ਮਲਕਵਾਲ, ਰੁਕਣ ਬੁੱਕਣ, ਬਾਰਮੂਸਾ, ਬਸਾਲ, ਮੰਗਟ, ਜੀ ਜੀ ਸੁਹਾਵਾ। ਇਹ ਥੋੜ੍ਹਾ ਅੱਛਾ ਜੀ, ਚੇਲੀਆਂ ਵਾਲੀ ਸੈਕੰਡ ਐਂਗਲੋ ਵਾਰ ਹੋਈ ਸੀ। ਸੈਕੰਡ ਐਂਗਲੋ ਸਿੱਖ ਵਾਰ। ਜੀ ਜੀ। ਹਾਂਜੀ। ਉਸ ਦੀ ਉਹਦੇ ਮੁਤਲਕ ਕੋਈ ਸਾਨੂੰ ਦੱਸੋ ਤੁਸੀਂ। ਇਹ ਉਹਦੀ ਤਸਵੀਰ ਹੈ, ਅੱਛਾ ਜੀ। ਪੇਂਟਿੰਗ ਹੈ। ਠੀਕ ਹੋ ਗਿਆ। ਇਹ ਪੇਂਟਿੰਗ ਹੈ। ਜੀ। ਇਹ ਬੁੱਕ ਹੈ, ਇਹ ਕਿਤਾਬ ਹੈ ਜੀ ਕੰਪੇਨ, ਪੰਜਾਬ ਕੰਪੇਨ। ਇਹ ਜਿਹੜਾ ਇਹਦਾ ਰਾਈਟਰ ਹੈ ਜੀ ਜੀ ਜੇਮਸ ਹੈਨਰੀ ਲਾਰੈਂਸ ਆਰਚਰ, ਇਸ ਜੰਗ ਦੇ ਵਿੱਚ ਲੜਿਆ ਸੀ ਔਰ ਜ਼ਖਮੀ ਵੀ ਹੋਇਆ। 24 ਫੁੱਟ ਇਨਫੈਂਟਰੀ ਦੇ ਵਿੱਚ ਹੈ ਸੀ, ਲੈਫਟੀਨੈਂਟ ਸੀ। ਜ਼ਖਮੀ ਹੋਇਆ, ਇਹਨੂੰ ਅਵਾਰਡ ਵੀ ਮਿਲਿਆ ਸੀ। ਠੀਕ ਹੋ ਗਿਆ। ਠੀਕ ਹੈ। ਟਾਈਮ ਨਹੀਂ ਮੈਨੂੰ ਮਿਲਿਆ, ਵਰਨਾ ਮੈਂ ਤੁਹਾਨੂੰ ਇੱਥੇ ਉਹਦਾ ਉਹ ਵਿਖਾਉਂਦਾ। ਇਹ ਡਾਕੂਮੈਂਟਰੀ ਬੁੱਕ ਹੈ। ਠੀਕ ਹੋ ਗਿਆ। ਇਹਦੇ ਵਿੱਚ ਡਾਕੂਮੈਂਟਸ ਜਿਹੜੇ ਨਾ ਉਹਦੀ ਮਦਦ ਨਾਲ ਇਹ ਸਾਰਾ ਕੁਝ ਲਿਖਿਆ ਗਿਆ। ਇਹ ਇੱਥੇ ਚੇਲੀਆਂ ਵਾਲੇ ਹੋਈ ਜੀ 13 ਜਨਵਰੀ ਸਨ 1849। ਜੀ ਜੀ। ਔਰ ਦੂਸਰਾ ਫਿਰ ਇੱਥੇ ਦੁਨੀਆ ਦੀ ਤਾਰੀਖ ਦੀ ਬਹੁਤ ਮਸ਼ਹੂਰ ਸਿਕੰਦਰ ਜੰਗ ਜਿਹੜੀ ਸਿਕੰਦਰ ਔਰ ਰਾਜਾ ਪੋਰਸ, ਜਦੋਂ ਅਸੀਂ ਹਾਈਡਸਪਸ ਆਪਣਾ ਵਾਰ ਕਹਿੰਦੇ। ਇਹ ਜੇਲਮ ਨੂੰ ਜੀ ਸੰਸਕ੍ਰਿਤ ਦੇ ਵਿੱਚ ਨਾ ਹਾਈਦਸਪਸ ਕਹਿੰਦੇ ਨੇ। ਹਾਈਡਸਪਸ ਜੀ ਜੀ। ਠੀਕ ਹੈ ਜੀ। ਔਰ ਐਕਚੁਅਲੀ ਇਹਦਾ ਨਾਮ ਜੇਲਮ ਨਹੀਂ ਹੈ, ਇਹ ਹੈ ਝਿਲਮ। ਠੀਕ ਹੈ। ਝਿਲਮ। ਚਲੋ। ਜਦੋਂ ਮੈਂ ਛੋਟਾ ਸੀ ਤੇ ਜੇਲਮ ਦਾ ਜਦੋਂ ਮੈਂ ਸਪੈਲਿੰਗ ਪੜ੍ਹਦਾ ਹੁੰਦਾ ਸੀ ਸਟੇਸ਼ਨ ਦੇ, ਜੀ ਜੀ, ਉਹ ਸੀ JHELUM ਝਿਲਮ। ਤੇ ਮੈਂ ਆਂਦਾ ਸਾਂ ਕਿ ਇਹ ਬੜੇ ਕੋਈ ਬੇਵਕੂਫ ਨੇ ਬਈ ਜੇਲਮ ਦੇ ਸਪੈਲਿੰਗ ਝਿਲਮ ਕਿਸ ਤਰ੍ਹਾਂ ਕਰ। ਉਹ ਬਾਅਦ 'ਚ ਪਤਾ ਲੱਗਾ ਕਿ ਇਹ ਸੰਸਕ੍ਰਿਤੀ ਨਾਂ ਹੈ। ਇਸ ਚੀਜ਼ ਤੇ ਮੈਂ ਵੀ ਬੜਾ ਗੌਰ ਕਰਦਾ ਹਾਂ। ਹਾਂਜੀ। ਜੇਲਮ ਦੇ ਸਪੈਲਿੰਗਸ ਤੇ ਜੀ ਸੰਸਕ੍ਰਿਤੀ ਨਾਂ ਹੈ। ਜੀ ਜੀ। ਇਹ ਪਾਣੀ ਨੂੰ ਝਿਲਮ ਮਤਲਬ ਕਿਹਾ ਗਿਆ। ਠੀਕ। ਇਹ ਦਰਿਆ ਜੇਲਮ ਦੇ ਕਿਨਾਰੇ ਤੇ ਹੋਈ ਹੈ ਲੜਾਈ। ਜੀ 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 ਜੀ। ਔਰ ਠੀਕ ਠਾਕ ਲੜਾਈ। ਉਹ ਇਲਾਕਾ ਜੋ ਹੁਣ ਮੰਡੀ ਬਹਾਉਦੀਨ ਜੀ ਜੀ ਦੇ ਵਿੱਚ ਇਹ 20 ਜੂਨ ਠੀਕ ਹੈ ਸਨ 326 ਕਬਲੇ ਮਸੀਹ ਦੇ ਵਿੱਚ ਲੜਾਈ ਹੋਈ। ਠੀਕ ਹੈ। ਸੁਬਹ ਅਲਾ ਸੁਬਹ 4-5 ਵਜੇ ਕਿ ਤਕਰੀਬਨ ਤੁਸੀਂ ਲਾ ਲਓ 2450 ਸਾਲ ਜੀ ਆਲਮੋਸਟ ਨਹੀਂ 326 ਔਰ 2020 ਜੀ 2346 ਸਾਲ ਹੋ ਗਏ ਨੇ। 2344 ਸਾਲ 47 ਸਾਲ ਸੌਰੀ। ਇਹ ਲੜਾਈ ਜਨਾਬ ਵੈਸੇ ਤੇ ਜਿਹੜੀ ਤਾਰੀਖਾਂ ਲਿਖੀਆਂ ਗਈਆਂ ਨੇ ਉਹਦੇ ਵਿੱਚ 3 ਪੁਆਇੰਟਸ ਜਿਹੜੇ ਨਾ ਉਹ ਮੁਮਕਿਨਾਤ ਦੇ ਵਿੱਚੋਂ ਲਿਖੇ ਗਏ, ਨੋਟੀਫਾਈ ਜਿਹੜੇ ਕੀਤੇ ਗਏ ਨਹੀਂ ਮਤਲਬ ਅੰਦਾਜ਼ਾ ਉਹਨਾਂ ਦਾ ਲਿਖਣੇ ਵਾਲਿਆਂ ਦਾ। ਇੱਥੇ ਹੋ ਸਕਦੀ, ਇੱਕ ਤੇ ਪਿੰਡਦਾਨ ਹਾਂ ਤੋਂ ਮਗਰਬ ਦੀ ਤਰਫ ਕੋਈ ਜਗ੍ਹਾ ਹੈ ਅਹਿਮਦਾਬਾਦ ਜੀ, ਉੱਥੋਂ ਸਿਕੰਦਰ ਨੇ ਕ੍ਰਾਸ ਕੀਤਾ, ਉੱਥੇ ਦੀ ਲੜਾਈ ਦੱਸੀ ਜਾਂਦੀ ਹੈ। ਜੀ ਜੀ। ਇੱਕ ਲੜਾਈ ਜਿਹੜੀ ਹੈ ਨਾ ਜੀ ਉਹ ਦੱਸੀ ਜਾਂਦੀ ਹੈ ਮੀਰਪੁਰ ਔਰ ਜੇਲਮ ਦੇ ਦਰਮਿਆਨ ਇੱਕ ਜਗ੍ਹਾ ਹੈ ਜੀ ਉੱਥੋਂ। ਲੇਕਿਨ ਮੇਰੀ ਤਹਿਕੀਕ ਦੇ ਮੁਤਾਬਕ ਔਰ
ਜਿਹੜਾ ਗਜ਼ਟੀਅਰ ਆਫ ਜੇਹਲਮ ਔਰ ਗਜ਼ਟੀਅਰ ਆਫ ਗੁਜਰਾਤ ਜਿਹੜਾ ਹੈ, ਡਿਪਟੀ ਕਮਿਸ਼ਨਰ ਨੇ ਲਿਖਿਆ 1891 ਦਾ, 1901, 1904, 1921, ਠੀਕ ਉਹਦੇ ਵਿੱਚ ਇਹੋ ਹੀ ਜਗ੍ਹਾ ਲਿਖੀ ਗਈ ਹੈ। ਉਸ ਵਕਤ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ 1891 ਦਾ, ਉਹਨੇ ਜਿਹੜਾ ਲਿਖਿਆ। ਇਹਦਾ ਨਾਮ ਕੀ ਹੈ ਜਗ੍ਹਾ ਦਾ? ਅੱਛਾ ਜੀ, ਅੱਜ ਅਸੀਂ ਉਹਨੂੰ ਕਿਹੜੀ ਨਾਮ, ਜਗ੍ਹਾ ਨੂੰ ਕਿਸ ਨਾਮ ਤੋਂ ਬੁਲਾਉਂਦੇ? ਸਰ ਉਹ ਇਸ ਤਰ੍ਹਾਂ ਹੈ ਕਿ ਸਿਕੰਦਰ ਜਿਹੜਾ ਹੈ ਜਦੋਂ ਟੈਕਸਲੇ ਤੋਂ ਫਾਰਗ ਹੋਇਆ ਰਾਜਾ ਅੰਬੀ ਤੋਂ, ਅਤੇ ਉਹ ਤੁਸੀਂ ਦੇਖਿਆ ਹੋਣਾ ਦਰਾ ਮਾਰਗਲਾ ਦੇ ਵਿੱਚ ਇੱਕ ਸੜਕ ਅੰਦਰ ਵੜਦੀ ਹੈ, ਉੱਥੇ ਬੋਰਡ ਲੱਗਾ ਹੋਇਆ ਨਿਕਲਸਨ ਦੀ ਲਾਟ ਵੀ ਹੈ, ਜਨਰਲ ਨਿਕਲਸਨ ਦੀ, ਜਿਹੜਾ 1857 ਦੇ ਵਿੱਚ ਦਿੱਲੀ ਗੇਟ, ਕਸ਼ਮੀਰੀ ਗੇਟ ਦੇ ਬਾਹਰ ਮਾਰਿਆ ਗਿਆ ਸੀ। ਠੀਕ ਹੈ, ਉਹਦੀ ਲਾਟ ਹੈ, ਉੱਥੋਂ ਅੰਦਰ ਇੱਕ ਸੜਕ ਬਣ ਰਹੀ ਹੈ। ਠੀਕ ਹੈ, ਉਹਦੇ 'ਚ ਇੱਕ ਬੋਰਡ ਲੱਗਾ ਹੋਇਆ ਹੈ कि ये सड़क मुग़लों के दौर में बनी। वो एक्चुअली वो कदीमी रूट वो है। अच्छा, ਉੱਥੋਂ ਇਹ ਹਮਲਾਵਰ ਜਿਹੜੇ ਸਨ ਦਾਖਲ ਹੁੰਦੇ ਸਨ ਜੀ ਜੀ, ਔਰ ਆ ਕੇ ਇਹ ਖਿਉੜੇ ਉਤਰਦੇ ਸਨ ਉਚਾਈ ਤੋਂ, ਪਹਾੜਾਂ ਦੇ ਵਿੱਚੋਂ। ਠੀਕ ਹੈ, ਖਿਉੜੇ ਸ਼ਹਿਰ ਦੇ ਉੱਤੇ ਉਤਰਦੇ ਸਨ। ਇਹ ਉੱਥੋਂ ਆਇਆ ਅਤੇ ਖਿਉੜੇ ਤੋਂ ਥੋੜ੍ਹੇ ਜਿਹੇ ਫਾਸਲੇ ਦੇ ਉੱਤੇ ਇੱਕ ਸਟੇਸ਼ਨ ਹੈ ਹਰਨਪੁਰ। ਠੀਕ ਹੈ, ਇਹ ਦਰਿਆ ਜੇਹਲਮ ਦੇ ਰਾਈਟ ਕਿਨਾਰੇ ਦੇ ਉੱਤੇ ਹੈ। ਉੱਥੇ ਆ ਕੇ ਇਹਨੇ ਪੜਾਅ ਕੀਤਾ। ਇਹਦੇ ਮੁਕਾਬਲੇ ਦੇ ਵਿੱਚ ਰਾਜਾ ਪੋਰੂ ਜਾਂ ਪੋਰਸ, ਇਹ ਹੈ ਸੀ ਉਰਲੀ ਸਾਈਡ 'ਤੇ ਜੇਹਲਮ ਔਰ ਚਨਾਬ ਦੇ ਦਰਮਿਆਨ ਚੱਜ ਦੁਆਬੇ ਦੇ ਉਹ ਹੈ ਸੀ ਬਾਦਸ਼ਾਹ ਜਾਂ ਰਾਜਾ। ਉਹਨੇ ਉੱਥੇ ਆਪਣੀ ਫੌਜਾਂ ਆਪਣੇ ਉਹਦੇ ਸਾਹਮਣੇ ਰੱਖ ਲਈਆਂ, ਜਿੱਥੇ ਅੱਜ ਕੱਲ੍ਹ ਨਿਜ਼ਾਮਪੁਰ ਹੈ, ਪਿੰਡ ਹੈ, ਇੱਕ ਸਟੇਸ਼ਨ ਵੀ ਹੈ ਨਿਜ਼ਾਮਪੁਰ। ਸਿਕੰਦਰ ਜਿਹੜਾ ਹੈ ਉਹਨੇ ਇਹਨੂੰ ਡਾਜ ਕੀਤਾ, ਡਿਸੀਵ ਕੀਤਾ ਫੌਜੀ ਲਿਹਾਜ਼ ਨਾਲ। ਕਈ ਵਾਰੀ ਉਹਨੇ ਇੰਝ ਹੀ ਫੌਜ ਜਿਹੜੀ ਹੈ ਡਮ ਡਮਾ ਡਮ ਕਰਨੇ, ਢੋਲ ਛੋਲ ਨਕਾਰੇ, ਅਤੇ ਇੰਝ ਸ਼ੋਅ ਕਰਨਾ ਵੀ ਹਮਲਾ ਲੱਗਿਆ ਕਰਨ, ਲੇਕਿਨ ਹਮਲਾ ਨਹੀਂ ਸੀ ਕਰਦਾ। ਇੱਧਰੋਂ ਇਹ ਅਲਰਟ ਹੋ ਜਾਂਦੇ ਸਨ। ਇੱਕ ਦੋ ਵਾਰੀ ਝੜਪ ਵੀ ਹੋਈ ਇਹਨਾਂ ਦੀ, ਲੇਕਿਨ ਉਹਨੇ ਸ਼ੋਅ ਇਹੀ ਕੀਤਾ ਕਿ ਬਈ ਮੈਂ ਨਾ ਹੁਣ ਨਹੀਂ ਲੜਾਂਗਾ, ਮੈਂ ਬਰਸਾਤ ਦਾ ਇੰਤਜ਼ਾਰ ਕਰਕੇ ਫਿਰ ਉਹ ਕਰਾਂਗਾ, ਕਿਉਂਕਿ ਇਹ ਮੈਦਾਨੀ ਇਲਾਕਾ ਹੈ, ਬਰਸਾਤ ਦੇ ਵਿੱਚ ਦਰਿਆ ਚੜ੍ਹ ਜਾਂਦੇ ਨੇ ਇੱਥੇ। ਉਹ ਇਹਨੂੰ ਡਿਸੀਵ ਕਰਦਾ ਰਿਹਾ। ਫਿਰ ਉਹਨੇ ਇੱਕ ਦਿਨ ਇਸ ਤਰ੍ਹਾਂ ਕੀਤਾ, ਆਪਣੇ ਜਿਹੜੇ ਉਹਦੇ ਸਨ ਸਰਵੇਅਰ, ਉਹਨਾਂ ਨੂੰ ਉਹਨੇ ਭੇਜਿਆ ਕਿ ਬਈ ਦਰਿਆ ਅਬੂਰ ਕਰਨੇ ਦਾ ਕੋਈ ਜਗ੍ਹਾ ਸ਼ਾਰਟੈਸਟ ਤਲਾਸ਼ ਕਰੋ। ਉਹਨਾਂ ਨੇ ਤਲਾਸ਼ ਕਰ ਲਈ। ਇਹਨੇ ਇੱਕ ਦਿਨ ਇਸ ਤਰ੍ਹਾਂ ਕੀਤਾ ਕਿ ਆਪਣੀ ਹਮਸ਼ਕਲ ਇੱਕ ਬੰਦੇ ਨੂੰ ਆਪਣੇ ਖੈਮੇ ਦੇ ਵਿੱਚ ਬਿਠਾ ਕੇ ਆਪ ਇਹ ਫੌਜ ਲੈ ਕੇ ਚੁੱਪਚਾਪ ਰਾਤੋਂ ਰਾਤ, ਇਹ ਗਰੀਬਾਲ ਵਾਲੀ ਸਾਈਡ ਤੋਂ ਪਹਾੜਾਂ ਦੇ ਵਿੱਚ ਹੋਇਆ, ਜਿੱਥੇ ਨਾਲਾ ਗਾਣ ਚੱਲਦਾ, ਉੱਥੋਂ ਇਹ ਵਿੱਚੋਂ ਵਿੱਚ ਜਾ ਕੇ ਜਲਾਲਪੁਰ ਸ਼ਰੀਫ ਦੇ ਮੁਕਾਮ 'ਤੇ ਇਹ ਆਊਟ ਹੁੰਦਾ। ਇਹਦਾ ਸਫ਼ਰ ਕੋਈ 17 ਕਿਲੋਮੀਟਰ ਬਣਦਾ, 17 ਮੀਲ, 17 ਮੀਲ। ਉਹ ਡਿਪਟੀ ਕਮਿਸ਼ਨਰ ਨੇ ਲਿਖਿਆ, ਕਿਉਂਕਿ ਬੜੇ ਤਹਿਕੀਕੀ ਕਿਸਮ ਦੇ ਹੁੰਦੇ ਸਨ ਇਹ ਲੋਕ, ਅੰਗਰੇਜ਼। ਉਹਨੇ ਆਖਿਆ, ਆਈ ਟਰੈਵਲਡ ਥਰੂ ਨੂਲਾ ਔਨ ਫੁੱਟ ਐਂਡ ਫਾਊਂਡ ਦੀ ਸਾਇੰਸ ਡਿਸਕਰਾਈਬਡ ਬਾਈ ਆਰੀਆਨ ਫਲਾਂ ਫਲਾਂ, ਜਿਹੜੇ ਉਸ ਵਕਤ ਦੇ ਤਾਰੀਖਦਾਨ ਸਨ ਸਿਕੰਦਰ ਦੇ ਨਾਲ। ਐਂਡ ਫਾਊਂਡ ਦਾ ਡਿਸਟੈਂਸ 222 ਸਟੇਡੀਆ ਇਜ਼ ਇਕੁਅਲ ਟੂ 17 ਮਾਈਲਸ। ਯਾਨੀ ਇਸ ਤੋਂ ਕਨਫਰਮ ਹੋ ਗਿਆ ਨਾ। ਉਹਨਾਂ ਨੇ ਆਪਣੀ ਉਸ ਜ਼ਮਾਨੇ ਦੀ ਕਿਤਾਬਾਂ 'ਚ ਲਿਖਿਆ ਸੀ ਕਿ 17.5 ਕਿਲੋਮੀਟਰ ਮੀਲ ਜਿਹੜਾ ਇਹ ਸਫ਼ਰ ਬਣਦਾ ਸੀ। ਉਹਨੇ ਉਹ ਪੈਦਲ ਸਫ਼ਰ ਕੀਤਾ ਉਸ ਨਾਲੇ ਦੇ ਵਿੱਚ, ਔਰ ਉਹਨੂੰ ਨਾਪਿਆ, ਉਹ 17.5 ਮੀਲ ਹੀ ਬਣਦਾ ਸੀ। ਇਸ ਵਾਸਤੇ ਮੇਰੀ ਨਜ਼ਰ ਦੇ ਵਿੱਚ ਇਹੋ ਹੀ ਪੁਆਇੰਟ ਜਿਹੜਾ ਨਾ ਜਲਾਲਪੁਰ ਸ਼ਰੀਫ, ਇੱਥੋਂ ਹੀ ਕ੍ਰਾਸ ਕੀਤਾ। ਅੱਛਾ, ਹੁਣ ਇਹਦੇ ਵਿੱਚ ਨਾ ਚੰਦ ਇੱਕ ਗਲਤਫਹਿਮੀਆਂ ਫੈਲਾਈਆਂ ਗਈਆਂ ਨੇ ਬਗੈਰ ਤਹਿਕੀਕ ਕੀਤਿਆਂ, ਔਰ ਲੋਕਾਂ ਨੇ ਉਹਦੇ ਉੱਤੇ ਯਕੀਨ ਵੀ ਕਰ ਲਿਆ। ਉਹ ਇਹ ਕਿ ਜਲਾਲਪੁਰ ਸ਼ਰੀਫ ਤੋਂ ਉਹਨੇ ਕ੍ਰਾਸ ਜਦੋਂ ਕੀਤਾ, ਉਹਦੇ ਬਿਲਕੁਲ ਸਾਹਮਣੇ ਪੈਂਦਾ ਪੱਤਣ ਦਾ ਖੀਵੇ ਦਾ ਪੈਂਦਾ ਸੀ।
ਤੇ ਇੱਥੋਂ ਕ੍ਰਾਸ ਕਰਕੇ ਉਹ ਜਿਸਲੇ ਉਰਾਰ ਹੋਇਆ ਦਰਿਆ ਦੇ ਕਿਨਾਰੇ ਤੋਂ, ਇੱਥੇ ਰਾਜਾ ਪੋਰਸ ਨੇ ਆਪਣੇ ਬੇਟੇ ਹਰੀ ਰਾਏ ਉਹਨੂੰ ਚੌਕੀ ਬਣਾ ਕੇ ਦਿੱਤੀ ਹੋਈ ਸੀ ਕਿ ਬਈ ਅਗਰ ਇੱਥੋਂ ਕਿਧਰੇ ਕ੍ਰਾਸ ਕਰੇ ਜੀ ਜੀ ਤੇ ਤੂੰ ਉਹਨੂੰ ਡੱਕਣਾ ਰੋਕਣਾ। ਤੇ ਨੇੜੇ ਹੀ ਉਹਦਾ ਭਾਈ ਜਿਹੜਾ ਸੀ ਹਗਾਸ ਰਾਜਾ ਪੋਰਸ ਦਾ, ਉਹ ਵੀ ਮੌਜੂਦ ਸੀ। ਜਿਸ ਵਕਤ ਇਹਨੇ ਅਲਾ ਸੁਬਾ ਹਮਲਾ ਕੀਤਾ ਹੈ ਜੀ ਜੀ ਸਿਕੰਦਰ ਨੇ, ਦਰਿਆ ਕ੍ਰਾਸ ਕੀਤਾ ਤੇ ਹਰੀ ਰਾਏ ਨਾਲ ਇਹਦੀ ਟੱਕਰ ਹੋ ਗਈ, ਲੜਾਈ ਸ਼ੁਰੂ ਹੋ ਗਈ। ਲੜਾਈ ਤੋਂ ਸ਼ੁਰੂ ਹੋਣ ਤੋਂ ਬਾਅਦ ਇਹਨੇ ਫੌਰਨ ਆਪਣਾ ਬੰਦਾ ਭੇਜਿਆ ਨਿਜ਼ਾਮਪੁਰ। ਔਰ ਨਿਜ਼ਾਮਪੁਰੋਂ ਉਹ ਫਿਰ ਰਾਜਾ ਪੋਰਸ ਹਾਥੀ ਲੈ ਕੇ ਇੱਥੇ ਆਇਆ। ਹਰੀ ਰਾਏ ਦਾ ਮੁੰਡਾ ਜਿਹੜਾ ਹੈ ਉਹ ਥੋੜ੍ਹੀ ਦੇਰ ਤੋਂ ਬਾਅਦ, ਮੇਰਾ ਆਪਣਾ ਇੱਕ ਅੰਦਾਜ਼ਾ ਹੈ ਕਿ 8-9 ਵਜੇ ਨਾਲ ਉਹ ਮਾਰਿਆ ਗਿਆ। ਫਿਰ ਪੋਰਸ ਆ ਗਿਆ, ਪੋਰਸ ਲੜਿਆ। ਪੋਰਸ ਦੇ ਹਰਨੇ ਦੀ ਮੇਰੇ ਨਜ਼ਦੀਕ 2-3 ਵਜੂਹਾਤ ਬਣੀਆਂ। ਇੱਕ ਤਾਂ ਕਿ ਇਹਦੇ ਕੋਲ ਹਾਥੀ ਸਨ, ਇਹਦਾ ਅਸਲਾ ਜਿਹੜਾ ਉਹ ਬੜਾ ਹੈਵੀ ਸੀ, ਇਹਦੀਆਂ ਰੱਥਾਂ ਬੜੀਆਂ ਹੈਵੀ ਸਨ, ਵੱਡੀਆਂ ਸਨ। ਬਾਰਿਸ਼ ਔਰ ਬਰਸਾਤ ਦੀ ਵਜ੍ਹਾ ਨਾਲ, ਸੈਲਾਬ ਦੀ ਵਜ੍ਹਾ ਨਾਲ ਇੱਥੇ ਬਹੁਤ ਜ਼ਿਆਦਾ ਸਲਿਪਰੀ ਸੀ ਔਰ ਇਹ ਮਿੱਟੀ ਵੀ ਉਸ ਏਰੀਏ ਦੀ ਚਿਕਣੀ ਸੀ ਬਹੁਤ ਜ਼ਿਆਦਾ। ਸਿਕੰਦਰ ਇੱਕ ਐਕਸਪੀਰੀਅੰਸਡ ਕਮਾਂਡਰ ਸੀ ਔਰ ਉਹਦੇ ਸਿਪਾਹੀ ਵੀ। ਤੇ ਇਹ ਪੋਰਸ ਜਿਹੜਾ ਹੈ ਇਹ ਹਾਰ ਗਿਆ। ਇਹਨੂੰ ਜ਼ਖਮ ਲੱਗਾ, ਇਹਨੂੰ ਹਥਿਆਰ ਸੁੱਟਣੇ ਵਾਸਤੇ ਕਿਹਾ, ਇਹਨੇ ਆਖਿਆ ਨਹੀਂ ਮੈਂ ਨਹੀਂ ਹਥਿਆਰ ਸੁੱਟਣਾ। ਬਲਕਿ ਸਿਕੰਦਰ ਨੇ ਅੰਬੀ ਨੂੰ ਭੇਜਿਆ ਵੀ ਜਾ ਇਹਨੂੰ ਮਨਾ। ਉਹ ਇਹਨੂੰ ਮਨਾਉਣ ਆਇਆ ਤੇ ਇਹਨੂੰ ਇੰਨਾ ਗੁੱਸਾ ਚੜ੍ਹਿਆ। ਇਹ ਕੋਈ 6-7 ਫੁੱਟ ਦਾ ਜਵਾਨ ਸੀ, ਨੀਲੀਆਂ ਅੱਖਾਂ, 6-7 ਫੁੱਟ ਦਾ ਜਵਾਨ, ਤਗੜਾ ਸੀ। ਇਹਨੇ ਉਹਦੇ 'ਤੇ ਬਰਛਾ ਮਾਰਿਆ ਨੇਜ਼ਾ, ਉਹ ਬਚ ਕੇ ਦੌੜ ਗਿਆ। ਉਹਨੇ ਜਾ ਕੇ ਆਖਿਆ ਉਹ ਨਹੀਂ ਬਈ ਮੰਨਦਾ। ਫਿਰ ਸਿਕੰਦਰ ਖੁਦ ਆਇਆ, ਉਹਨੇ ਆ ਕੇ ਇਹਨੂੰ ਨਾ ਬੜੇ ਪਿਆਰ ਮੁਹੱਬਤ ਨਾਲ, ਇੱਜ਼ਤ ਨਾਲ, ਇਤਰਾਮ ਨਾਲ ਇਹਨੂੰ ਫਿਰ ਹਾਥੀ ਤੋਂ ਉਤਾਰਿਆ। ਇਹਦੇ ਖੱਬੇ ਮੋਢੇ ਦੇ ਉੱਤੇ ਇਹਨੂੰ ਜ਼ਖਮ ਆਇਆ ਸੀ ਬੜਾ ਗਹਿਰਾ, ਪੋਰਸ ਨੂੰ। ਫਿਰ ਉੱਥੇ ਉਹ ਬੜਾ ਮਸ਼ਹੂਰ ਦੁਨੀਆ ਦਾ ਡਾਇਲਾਗ ਹੋਇਆ ਵੀ ਤੇਰੇ ਨਾਲ ਕੀ ਸਲੂਕ ਕੀਤਾ ਜਾਏ। ਅਤੇ ਉਹਨੇ ਆਖਿਆ ਜਿਹੜਾ ਬਾਦਸ਼ਾਹ ਬਾਦਸ਼ਾਹਾਂ ਨਾਲ ਕਰ ਦੇਣਾ। ਇੱਥੇ ਫਿਰ ਜਿਸਲੇ ਜੰਗ ਖਤਮ ਹੋ ਗਈ, ਇਹ ਏਰੀਆ ਬਣਦਾ ਮੇਰੇ ਹਿਸਾਬ ਨਾਲ ਮਾਝੀ, ਦਤੋਚੂੜ, ਹਰੀਆ, ਆਲਾ, ਖੀਵਾ। ਮਸ਼ਹੂਰ ਕੀ ਕੀਤਾ ਜਾਂਦਾ ਹੈ ਕਿ ਜੀ ਮੋਂਗ ਲੜਾਈ ਹੋਈ ਹੈ। ਮੋਂਗ ਲੜਾਈ ਨਹੀਂ ਹੋਈ ਕਿਉਂਕਿ ਜਲਾਲਪੁਰੋਂ ਅਗਰ ਦਰਿਆ ਕ੍ਰਾਸ ਕੀਤਾ ਜਾਏ ਸੈਲਾਬ ਦੇ ਦਿਨਾਂ ਦੇ ਵਿੱਚ, ਜਦੋਂ ਕਿ ਕਸ਼ਤੀ ਉਹਦੇ ਵਿੱਚ ਅਗਰ ਪਾਈ ਵੀ ਜਾਏ ਤੇ ਉਹਨੇ ਸੈਲਾਬ ਦੇ ਰੁਖ 'ਤੇ ਹੀ ਜਾਣਾ, ਮਗਰਬ ਵੱਲ। ਜੀ ਜੀ ਮਸ਼ਰਕ ਵੱਲ 'ਤੇ ਨਹੀਂ ਆਉਣਾ। ਮੋਂਗ ਇੱਕ ਉੱਚੀ ਜਗ੍ਹਾ ਸੀ, ਟਿੱਬਾ ਸੀ ਇਹ ਕਾਫੀ। ਜਿਸਲੇ ਸਿਕੰਦਰ ਨੇ ਜੰਗ ਜਿੱਤ ਲਈ, ਉਹਨੇ ਫਿਰ ਇਸ ਖੁਸ਼ੀ ਦੇ ਵਿੱਚ ਮੋਂਗ ਵਾਲੀ ਜਗ੍ਹਾ ਦੇ ਉੱਤੇ ਸ਼ਹਿਰ ਵਸਾਇਆ। ਉਹਦਾ ਨਾਂ ਰੱਖਿਆ ਨਿਕਾਇਆ, NICEA। ਇਹ ਜਿਸ ਤਰ੍ਹਾਂ ਹਿੰਦੂ ਫਤਿਹ ਦੀ ਖੁਸ਼ੀ ਦੇ ਵਿੱਚ ਫਤਿਹ ਨਗਰ ਸ਼ਹਿਰ ਰੱਖਦੇ ਨੇ, ਸਿੱਖ ਜਿਹੜੇ ਨੇ ਫਤਿਹਗੜ੍ਹ, ਮੁਸਲਮਾਨ ਜਿਹੜੇ ਨੇ ਉਹ ਫਤਿਹਪੁਰ। ਇਸੇ ਤਰ੍ਹਾਂ ਇਹਦਾ ਨਾਂ ਨਿਕਾਇਆ ਰੱਖਿਆ। ਜਦੋਂ ਸਿਕੰਦਰ ਇੱਥੋਂ ਚਲਾ ਗਿਆ, ਉਸ ਤੋਂ ਕੋਈ 50 ਸਾਲ ਦੇ ਅੰਦਰ, ਬਲਕਿ ਸਿਕੰਦਰ ਦੇ ਜਾਣੇ ਤੋਂ ਬਾਅਦ ਫੌਰੀ ਬਾਅਦ ਬਗਾਵਤ ਹੋ ਗਈ। ਉਸ ਤੋਂ 50 ਸਾਲ ਤੋਂ ਬਾਅਦ ਇੱਥੇ ਖਾਨਦਾਨ ਸੀ ਮੋਗਾ ਖਾਨਦਾਨ, ਉਹਨੇ ਇੱਥੇ ਕਬਜ਼ਾ ਕਰ ਲਿਆ, ਫਤਹ ਕਰ ਲਿਆ। ਉਹਨੇ ਇੱਥੇ ਆਪਣਾ ਸੈਂਟਰਲ ਪੁਆਇੰਟ ਬਣਾ ਲਿਆ, ਬਲਕਿ ਇੱਥੇ ਟਕਸਾਲ ਵੀ ਲੱਗੀ ਰਹੀ। ਜੀ ਜੀ। ਅਤੇ ਉਹ ਐਸਾ ਐਸਾ ਇਹਦਾ ਨਾਮ ਮੋਂਗ ਫਿਰ ਮੋਂਗ ਪੈ ਗਿਆ। ਜੀ ਹਾਂ। ਇੱਕ ਤਾਂ ਇੱਕ ਗਲਤਫਹਿਮੀ ਹੈ ਕਿ ਲੜਾਈ ਮੋਂਗ ਨਹੀਂ ਹੋਈ, ਪੱਕੀ ਗੱਲ ਹੈ। ਠੀਕ ਹੈ। ਦੂਸਰੀ ਗਲਤਫਹਿਮੀ ਇਹ ਕਿ ਇਹਦਾ ਜਿਹੜਾ ਘੋੜਾ ਸੀ ਉਹਦਾ ਨਾਂ ਸੀ ਬਿਊਸੀਫਾਲਾ। ਜੀ ਜੀ। ਸਿਕੰਦਰ ਦਾ। ਇਹ ਬਚਪਨ ਦੇ ਵਿੱਚ ਇੱਕ ਮਸ਼ਹੂਰ ਗੱਲ ਹੈ ਕਿ ਇੱਕ ਘੋੜਾ ਜਿਹੜਾ ਆਪਣੇ ਉੱਤੇ ਕਿਸੇ ਨੂੰ ਬਹਿਣ ਨਹੀਂ ਸੀ ਦਿੰਦਾ। ਇਹਦੇ ਪਿਓ ਦਾ ਨਾਂ ਸੀ ਫਿਲਿਪ। ਉਰਦੂ ਕਿਤਾਬਾਂ 'ਚ ਉਹਦਾ ਨਾਂ ਰੱਖਿਆ ਜਾਂਦਾ ਫੈਰਕੂਸ। ਉਹਨੇ ਇਹਨੂੰ ਬੁਲਾਇਆ, ਬੁਲਾ ਕੇ ਇਹਨੂੰ ਆਖਿਆ, ਇਹ ਸਮਝ ਗਿਆ ਕਿ ਘੋੜਾ ਸਾਏ ਤੋਂ ਡਰ ਰਿਹਾ। ਮਸ਼ਰਕ ਵੱਲ ਸੂਰਜ ਨਿਕਲਿਆ ਸੀ, ਉਹ ਜਿਸਲੇ ਕੋਈ ਉਹਦੇ ਨੇੜੇ ਜਾਂਦਾ ਸੀ ਉਹ ਸਾਇਆ ਪੈਂਦਾ ਸੀ, ਘੋੜਾ ਡਰ ਜਾਂਦਾ। ਇਹਨੇ ਮੂੰਹ ਦੂਜੇ ਪਾਸੇ ਕੀਤਾ, ਉਹਦੇ 'ਤੇ ਚੜ੍ਹ ਕੇ ਇਹਨੇ ਚੱਕਰ ਲਾਇਆ।
ਫਿਲਿਪਸ ਨੇ ਯਾਨੀ ਫੈਲਕੂਸ ਨੇ ਇਹਨੂੰ ਘੋੜਾ ਉਹ ਇਨਾਮ 'ਚ ਦੇ ਦਿੱਤਾ। ਉਹੀ ਘੋੜਾ ਇਹਦੇ ਕੋਲ ਸੀ 20-25 ਸਾਲ ਤੋਂ, ਅਤੇ ਉਹ ਘੋੜਾ ਜਿਹੜਾ ਹੈ ਨਾ ਬੁਢਾਪੇ ਦੀ ਵਜ੍ਹਾ ਨਾਲ ਕਹਿ ਲਓ, ਜ਼ਖਮ ਦੀ ਵਜ੍ਹਾ ਨਾਲ ਉਹ ਇੱਥੇ ਮਰ ਗਿਆ। ਅੱਛਾ, ਜਦੋਂ ਉਹ ਮਰ ਗਿਆ ਅਤੇ ਜੰਗ ਖਤਮ ਹੋ ਗਈ, ਅਤੇ ਜੰਗ ਤੋਂ ਬਾਅਦ ਤਾਂ ਜ਼ਖਮੀਆਂ ਨੂੰ ਅਤੇ ਮੁਰਦਿਆਂ ਨੂੰ ਸਾਂਭਣਾ ਹੁੰਦਾ। ਜੀ ਜੀ। ਸਿਕੰਦਰ ਤੇ ਉਹਦੇ ਵਿੱਚ ਲੱਗ ਗਿਆ ਹੋਣਾ, ਅਤੇ ਘੋੜਾ ਤਾਂ ਫਿਰ ਇੱਥੇ ਹੀ ਕਿਤੇ ਦਬ ਛਪ ਸਕੇ। ਜੀ ਜੀ, ਇੱਥੇ। ਲੇਕਿਨ ਕਹਾਣੀ ਮਸ਼ਹੂਰ ਕਰਤੀ ਕਿ ਜਨਾਬ ਘੋੜਾ ਜਿਹੜਾ ਹੈ ਨਾ ਉਹ ਫਾਲੀਏ ਗਿਆ, ਉੱਥੇ ਜਨਾਬ ਘੋੜੇ ਨੇ ਫਾਹ ਲੈ ਲਿਆ, ਉਹ ਫਾਹ ਲਿਆ ਅਤੇ ਉਹਦੀ ਵਜ੍ਹਾ ਨਾਲ ਨਾ ਇਹ ਹੌਲੀ ਹੌਲੀ ਫਾਲਿਆ ਬਣ ਗਿਆ, ਫਾਲੀਆ। ਹਾਲਾਂਕਿ ਜਿਸ ਵਕਤ ਇਹ ਜੰਗ ਹੋਈ ਹੈ ਉਸ ਵਕਤ ਇਸ ਇਲਾਕੇ ਦੀ ਜ਼ੁਬਾਨ ਪੰਜਾਬੀ ਨਹੀਂ ਸੀ, ਨਾ ਫਾਰਸੀ ਸੀ, ਖਰੋਸ਼ਤੀ ਸੀ। ਅੱਛਾ ਜੀ। ਇਹ ਮਹਾਰਾਜਾ ਅਸ਼ੋਕ ਜਿਹੜਾ ਹੈ ਨਾ ਉਸ ਦੇ ਜ਼ਮਾਨੇ ਦੇ ਜਿਹੜੇ ਫਰਾਮੀਨ ਨੇ ਉਹ ਵੀ ਖਰੋਸ਼ਤੀ ਜ਼ੁਬਾਨ 'ਚ ਨੇ। ਉਸ ਜ਼ਮਾਨੇ ਦੀ ਜਿਹੜੀ ਜ਼ੁਬਾਨ ਹੈ ਉਹ ਵੀ ਖਰੋਸ਼ਤੀ ਹੈ। ਠੀਕ। ਇਹ ਚੰਦਰਗੁਪਤ ਮੌਰੀਆ, ਜੀ ਜੀ ਜੀ, ਠੀਕ ਹੋ ਗਿਆ। ਇਹ ਨੰਦਾ ਖਾਨਦਾਨ ਪਿੱਛੇ ਉਹਨਾਂ ਕੋਲੋਂ ਇਹਨਾਂ ਨੇ ਮੌਰੀਆ ਖਾਨਦਾਨ ਨੇ ਫਿਰ ਖੋਲ੍ਹਿਆ। ਫਾਲੀਆ ਜਿਹੜਾ ਹੈ ਇਹ ਕੋਈ ਐਸੀ ਜਗ੍ਹਾ ਨਹੀਂ, ਇਹ ਇੱਕ ਫਾਲੀਆ ਤਾਰੜ ਹੋਇਆ 210-20 ਸਾਲ ਪਹਿਲਾਂ, ਜਿਹਦੇ ਬੇਟੇ ਸਨ ਅਮੀਰ, ਬੂਟਾ, ਕੇਮਾ, ਉਹਨਾਂ ਦੇ ਨਾਂ 'ਤੇ ਛੋਟੇ ਫਾਲੀਏ ਆਬਾਦ ਨੇ। ਉਹ ਜਨਾਬ ਇੰਜੇ ਮਸ਼ਹੂਰ ਕਰਕੇ ਮੁਸਤਨਸਰ ਹੁਸੈਨ ਤਾਰੜ ਨੇ ਵੀ ਲਿਖ ਛੜਿਆ ਇਹੋ ਹੀ ਚੀਜ਼। ਇੱਕ ਉਹ ਆਫਤਾਬ ਇਕਬਾਲ ਇਹਦੇ 'ਤੇ TV 'ਤੇ ਪ੍ਰੋਗਰਾਮ ਕਰਦਾ, ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਿਹੜੀਆਂ ਤਾਰੀਖਾਂ ਪੜ੍ਹਦਾ, ਕੀ ਕਰਦਾ। ਅਤੇ ਫਾਲੀਆ ਜਿਹੜਾ ਹੈ ਉਹ ਅਤੇ ਉਹਨਾਂ ਦਾ ਤੁਸੀਂ ਸ਼ਜਰਾ ਵੇਖੋ ਨਾ, ਯਾਨੀ ਕਿ 200 ਸਾਲ ਤੋਂ ਜ਼ਿਆਦਾ ਪੁਰਾਣੀ ਤਾਰੀਖ ਨਹੀਂ ਹੈ ਫਾਲੀਆ ਦੀ ਤਾਰੀਖ ਨਹੀਂ ਪੁਰਾਣੀ। ਤੁਸੀਂ ਇਸ ਏਰੀਏ ਦੀ ਹਿਸਟਰੀ ਅਗਰ ਪੜ੍ਹੋਗੇ ਫਾਲੀਆ ਕਿਧਰੇ ਨਹੀਂ ਹੈ ਆਪਣਾ ਤਾਰੀਖ। ਤਾਂ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਮੰਡੀ ਬਾਉਦੀਨ ਵੀ ਅਗਲੀ ਇਹ 20s ਦਾ ਹੈ, 20s। ਅਤੇ ਲੇਕਿਨ ਤਾਰੀਖੀ ਇਹਨੂੰ ਹਸੀਅਤ ਇਸ ਤੋਂ ਹਾਸਲ ਹੋ ਗਈ ਕਿ ਇਹਦੇ ਇਰਦ ਗਿਰਦ ਬਹੁਤ ਵਾਕਿਆਤ ਇਸ ਤਰ੍ਹਾਂ ਦੇ ਹੋਏ ਨੇ। ਜੰਗ ਜੀ ਸਿਕੰਦਰ ਦਾ ਹੋਇਆ ਵਾਕਿਆ ਬੜੀ ਵੱਡਾ, ਚੀਨੀਆਂ ਵਾਲੇ ਦੀ ਜੰਗ ਹੋਈ, ਜੰਗ ਜਿਹੜੀ ਬੜੀ ਮਸ਼ਹੂਰ ਮਾਰੂਫ ਜੰਗ। ਜੀ ਫਿਰ ਜ਼ਿਲ੍ਹੇ ਦੇ ਵਿੱਚ ਸਾਦੁੱਲਾਪੁਰ ਵੀ ਹੋਈ ਹੈ ਨਾ ਜੀ, ਸਾਦੁੱਲਾਪੁਰ ਜੀ। ਜੀ ਸਿੱਖਾਂ ਦੀ ਪਹਿਲੀ ਜੰਗ ਉੱਥੇ ਹੀ ਹੋਈ ਹੈ, ਰਸੂਲ ਨਗਰ ਜਿਹੜੀ ਹੋਈ ਸੀ ਜੀ, ਰਸੂਲ ਨਗਰ, ਸਾਦੁੱਲਾਪੁਰ। ਜੀ ਰਸੂਲ ਨਗਰ, ਉੱਥੋਂ ਸਾਦੁੱਲਾਪੁਰ ਆਏ ਨਾ ਜੀ, ਉੱਥੋਂ ਫਿਰ ਇਹ ਹੇਲਾਂ ਤੋਂ ਡਿੰਗਾ, ਡਿੰਗੇ ਤੋਂ ਇਹ ਚੇਲੀਆਂ ਵਾਲੇ ਆ ਗਏ। ਚੇਲੀਆਂ ਵਾਲੇ ਫਿਰ ਇਹਨਾਂ ਬਲਕਿ ਇਹ ਨਕਸ਼ਾ ਦੇਖੋ ਤੁਸੀਂ, ਜੀ ਜੀ, ਇਹਦੇ ਨਾਲ ਵਿਖਾਓ ਨਾ ਜੀ ਜੀ। ਇਹ ਜਨਾਬ ਚੇਲੀਆਂ ਵਾਲੇ ਸਿੱਖ ਸੈਕੰਡ ਐਂਗਲੋ ਸਿੱਖ ਵਾਰ ਜਿਹੜੀ ਹੈ ਉਹਦਾ ਨਕਸ਼ਾ ਤੁਹਾਡੇ ਸਾਹਮਣੇ ਨੇ। ਹਾਂ, ਠੀਕ। ਅੱਛਾ ਸ਼ਾਹ ਜੀ, ਇਹ ਤਾਂ ਗੱਲ ਹੋ ਗਈ ਨਾ ਇਹਦੀ ਆਪਣਾ ਸਿਕੰਦਰ ਔਰ ਰਾਜਾ ਪੋਰਸ ਦੀ ਜੰਗ ਦੀ। ਜੀ ਜੀ, ਠੀਕ ਹੈ। ਜਿਹੜੀ ਸੈਕੰਡ ਐਂਗਲੋ ਸਿੱਖ ਵਾਰ ਹੋਈ ਹੈ 1849 ਦੇ 13 ਜਨਵਰੀ 1849 ਨੂੰ। ਠੀਕ, ਉਹਦੇ ਬਾਰੇ ਕੁਛ ਸਾਨੂੰ ਦੱਸੋ ਗੱਲਬਾਤ ਕਿ ਇੱਥੇ ਉਹ ਜੰਗ ਜਿਹੜੀ ਕਿਸ ਮਕਾਮ 'ਤੇ ਚੇਲੀਆਂ ਵਾਲੇ ਹੋਈ ਔਰ ਕਿਸ ਤਰ੍ਹਾਂ ਇਹ ਜੰਗ ਹੋਈ ਹੈ। ਇਹ ਜਨਾਬ ਇਸ ਤਰ੍ਹਾਂ ਹੈ ਕਿ ਦੀਵਾਨ ਮੂਲ ਰਾਜ, ਠੀਕ ਹੈ, ਮੁਲਤਾਨ ਤੋਂ ਇਹ ਝਗੜਾ ਸ਼ੁਰੂ ਹੋਇਆ ਇਹਨਾਂ ਦਾ। ਜੀ ਜੀ। ਇਹ ਟੁਰਦਿਆਂ ਆ ਗਏ ਇੱਥੇ, ਅੱਜ ਕੱਲ੍ਹ ਰਸੂਲ ਨਗਰ ਨਾਂ ਹੈ, ਪੁਰਾਣਾ ਨਾਂ ਇਹਦਾ ਰਾਮਨਗਰ ਹੁੰਦਾ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ। ਉਸ ਤੋਂ ਪਹਿਲਾਂ ਅਕਾਲਗੜ੍ਹ ਸੀ। ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਇਹਦਾ ਪਿਓ ਸੀ ਮਾਨ ਸਿੰਘ, ਉਸ ਦਾ ਪਿਓ ਸੀ ਚੜ੍ਹਤ ਸਿੰਘ। ਜੀ ਜੀ। ਇਹ ਚੜ੍ਹਤ ਸਿੰਘ ਅਤੇ ਮਾਨ ਸਿੰਘ ਦੀ ਲੜਾਈ ਰਹੀ ਹੈ ਚੱਠਿਆਂ ਨਾਲ, ਇਹ ਅਹਿਮਦਨਗਰ ਵਾਲੇ ਚੱਠਿਆਂ ਨਾਲ, ਇਹ ਅਹਿਮਦ ਨਾਸਰ ਵਾਲੇ ਚੱਠਿਆਂ ਨਾਲ। ਜੀ ਜੀ। ਨੂਰ ਮੁਹੰਮਦ ਚੱਠਾ, ਗੁਲਾਮ ਮੁਹੰਮਦ ਚੱਠਾ, ਅਤੇ ਇਹ ਫਿਰ ਆ ਕੇ ਲੜਾਈ ਹੋਈ ਇੱਥੇ। ਔਰ ਉਸ ਲੜਾਈ ਤੋਂ ਬਾਅਦ ਇਹ ਫਿਰ ਆ ਗਏ ਸਾਦੁੱਲਾਪੁਰ। ਠੀਕ ਹੈ। ਸਿੱਖ ਜਿਹੜੇ ਨੇ ਰਿਟਰੀਟ ਹੋਏ, ਵਿਡਰਾਲ ਕੀਤੀ ਇਹਨਾਂ ਨੇ, ਬਲਕਿ ਰਿਟਰੀਟ ਕਹਿ ਲਓ। ਇਹ ਆ ਗਏ ਸਾਦੁੱਲਾਪੁਰ। ਸਾਦੁੱਲਾਪੁਰ ਤੋਂ ਇਹ ਆਏ ਹੇਲਾਂ, ਹੇਲਾਂ ਤੋਂ ਇਹ ਗਏ ਡਿੰਗੇ। ਠੀਕ ਹੈ। ਡਿੰਗੇ ਤੋਂ ਇਹ ਫਿਰ ਚੇਲੀਆਂ ਲੈ ਆਏ। ਠੀਕ ਹੈ, ਠੀਕ ਹੈ। ਇਹ ਜਿਹੜੀ ਹੁਣ ਮੁਸਤਮਲ ਹੈ ਨਾ ਸੜਕ, ਇਹ ਸੜਕ ਦੇ ਜ਼ਰੀਏ ਨਹੀਂ, ਇਹ ਥੋੜ੍ਹੀ ਜਿਹੀ ਇਸ ਸੜਕ ਤੋਂ ਜਨੂਬ ਵਾਲੀ ਸਾਈਡ 'ਤੇ ਇੱਕ ਵਿੱਚ ਰਸਤਾ ਬਣਦਾ ਸੀ ਸੜਕ, ਰੇਲਵੇ ਲਾਈਨ ਤੋਂ ਨਾ,
ਇਹ ਉਹ ਸੜਕ ਸੀ, ਉਹਦੇ 'ਤੇ ਚੀਨੀ ਵਾਲੇ ਆਏ। 13 ਜਨਵਰੀ ਦੀ ਦੁਪਹਿਰ ਤੋਂ ਬਾਅਦ ਲਾਰਡ ਗੱਫ ਜਿਹੜਾ ਹੈ ਜੀ ਜੀ ਉਹ ਇਸ ਟਿੱਬੇ ਦੇ ਉੱਤੇ ਚੜ੍ਹਿਆ, ਜਿਹੜਾ ਮੌਜੂਦ ਹੁਣ ਟਿੱਬਾ ਹੈ, ਜਿੱਥੇ ਯਾਦਗਾਰ ਵੀ ਬਣੀ ਮੋਨੂਮੈਂਟ। ਜੀ ਜੋ ਹੀ ਉਹ ਇਹਦੇ ਉੱਤੇ ਪਹੁੰਚਿਆ, ਨਾਲ ਹੀ ਸਿੱਖ ਸਾਈਡ ਤੋਂ ਗੋਲਾ ਆਇਆ ਤੋਪ ਦਾ। ਅੱਛਾ। ਔਰ ਫਿਰ ਇੱਧਰੋਂ ਵੀ ਗੋਲਾਬਾਰੀ ਸ਼ੁਰੂ ਹੋ ਗਈ, ਉੱਧਰੋਂ ਵੀ। ਉੱਧਰ ਜੰਗਲ ਸੀ ਜੀ, ਰਸੂਲ ਵਾਲੀ ਸਾਈਡ 'ਤੇ ਕੋਟ ਬਲੋਚ, ਚੱਕ ਫਤਿਹ ਸ਼ਾਹਪੁਰ, ਸ਼ਹੀਦਾਂ ਵਾਲੀ, ਲੱਖਣੇ ਵਾਲਾ, ਜੀ ਜੀ ਇਹ ਸਾਰਾ ਬੜਾ ਥਿੱਕ ਜੰਗਲ ਸੀ, ਕਿੱਕਰ ਦਾ, ਕਰੀਰ ਦਾ, ਜੰਡ ਦਾ। ਜੀ ਜੀ ਇਹ ਲੜਾਈ ਸ਼ੁਰੂ ਹੋ ਗਈ। ਲੜਾਈ ਫਿਰ ਚੰਗੀ ਤੱਪੀ ਇੱਥੇ, ਠੀਕ ਹੈ। ਔਰ ਉਹਦੇ ਵਿੱਚ ਅੰਗਰੇਜ਼ਾਂ ਦਾ ਪੂਰੇ ਬਰੇ ਸਗੀਰ ਦੀ ਲੜਾਈਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਚੇਨੀਆਂ ਵਾਲੀ ਸੈਕੰਡ ਵਾਰ ਦੇ ਵਿੱਚ ਹੋਇਆ। ਜਨਰਲ ਸ਼ੇਰ ਸਿੰਘ ਔਰ ਚਤਰ ਸਿੰਘ ਜਿਹੜੇ ਨੇ, ਇਹ ਰਸੂਲ, ਜਿੱਥੇ ਅੱਜ ਕੱਲ੍ਹ ਪੱਥਰ ਕੋਠੀ ਬਣੀ ਹੋਈ ਹੈ, ਜੀ ਇੱਥੇ ਇੱਕ ਦਰਖਤ ਹੁੰਦਾ ਸੀ ਬੋੜ ਦਾ, ਠੀਕ ਹੈ। ਇੱਥੇ ਉਹਨਾਂ ਦਾ ਹੈੱਡਕੁਆਟਰ ਸੀ। ਅੱਛਾ। ਤੇ ਇਹ ਨਕਸ਼ਾ ਹੈ ਉਸ ਦਾ, ਇਹ ਕਰ ਲਿਆ ਜੀ ਬਾਹਰ। ਇਹਦੇ ਵਿੱਚ ਜਿਹੜਾ ਲੱਖਣੇ ਵਾਲਾ ਹੈ, ਜੀ ਜੀ ਇੱਥੇ ਸਿੱਖ ਕਮਾਂਡਰ ਸੀ ਰਾਮ ਸਿੰਘ। ਇਹਦੇ ਕੋਲ 11 ਤੋਪਾਂ ਸਨ, ਇੱਕ ਸਵਾਰ ਤੇ 4 ਇਨਫੈਂਟਰੀ ਦੀਆਂ ਯੂਨਿਟਾਂ ਸਨ, ਸਹੀ, ਤੇ ਬੰਨੂ ਟਰੂਪਸ ਸਨ। ਠੀਕ ਹੈ। ਜਿਹੜਾ ਹੈ ਸ਼ਹੀਦਾਂ ਵਾਲੀ, ਜੀ ਜੀ ਇੱਥੇ ਸੀ ਸੂਰਤ ਸਿੰਘ, ਇਹਦੇ ਕੋਲ ਇੱਕ ਰੈਗੂਲਰ ਕੈਵਲਰੀ ਦੀ ਯੂਨਿਟ ਸੀ। ਠੀਕ ਹੈ। ਠੀਕ ਹੈ ਜੀ, ਠੀਕ ਹੈ। ਇਹ ਘੋੜ ਸਵਾਰ ਵਗੈਰਾ। ਜੀ ਜੀ ਫਿਰ ਆ ਜਾਓ ਜੀ ਫਤਿਹ ਸ਼ਾਹ ਕੇ ਚੱਕ, ਇੱਥੇ ਸੀ ਅਵਤਾਰ ਸਿੰਘ ਤੇ ਲਾਲ ਸਿੰਘ, 2 ਸਨ। ਅੱਛਾ ਜੀ। ਇਹ ਕਮਾਂਡਰ ਸਨ ਸਿੱਖ ਸਾਈਡ ਤੋਂ। ਇਹਨਾਂ ਦੇ ਕੋਲ 10 ਪੈਦਲ ਤੇ ਯੂਨਿਟਾਂ ਸਨ, 17 ਤੋਪਾਂ ਸਨ ਇਹਨਾਂ ਕੋਲ, 2 ਘੋੜਸਵਾਰ ਸਨ, ਇੱਕ ਲੋਲੀਆਂ ਵਾਲੀ ਹੈ। ਇੱਥੇ ਸ਼ੇਰ ਸਿੰਘ, ਇਹਦੇ ਕੋਲ ਇੱਕ ਘੋੜਸਵਾਰ ਯੂਨਿਟ ਸੀ, 9 ਪੈਦਲ ਯੂਨਿਟਾਂ ਸਨ, ਠੀਕ ਹੈ। ਤੇ 4000 ਗੈਰ ਤਰਬੀਅਤ ਯਾਫਤਾ ਲੜਾਕੇ ਸਨ, 20 ਤੋਪਾਂ ਸਨ। ਇਹ ਇਹਨਾਂ ਦਾ ਜੀ ਉਹ ਡਿਟੇਲ ਸੀ। ਬਾਕੀ ਫਿਰ ਇਹਨਾਂ ਦਾ ਅੰਗਰੇਜ਼ਾਂ ਦੀ ਸਾਈਡ ਤੋਂ ਪ੍ਰੋਬਲਮ ਇਹ ਹੈ, ਮੈਂ ਇਸ ਚੀਜ਼ 'ਤੇ ਬੜਾ ਹੈਰਾਨ ਵੀ ਹੁੰਦਾ ਔਰ ਅਫਸੋਸ ਵੀ ਕਰਨਾ ਕਿ ਇਸ ਜੰਗ ਦੇ ਵਿੱਚ ਜੋ ਕੁਝ ਵੀ ਹੋਇਆ, ਜੀ ਜੀ ਸਾਡੇ ਤੱਕ ਇਹ ਸਾਰੀ ਕਹਾਣੀ ਜਿਹੜੀ ਹੈ ਅੰਗਰੇਜ਼ਾਂ ਦੇ ਰਾਹੀਂ ਪਹੁੰਚੀ ਹੈ। ਉਹਨਾਂ ਨੇ ਇਹਦੇ 'ਚ ਕੀ ਡੰਡੀ ਮਾਰੀ ਹੈ, ਕੀ ਕੀਤਾ, ਸਾਨੂੰ ਨਹੀਂ ਪਤਾ। ਅਸੀਂ ਇਸ ਨੂੰ ਕਿਸੇ ਤਰੀਕੇ ਨਾਲ ਵੀ ਐਨਾਲਾਈਜ਼ ਨਹੀਂ ਕਰ ਸਕਦੇ, ਤਜਜ਼ੀਆ ਨਹੀਂ ਕਰ ਸਕਦੇ। ਕਿਉਂ? ਸਾਡੇ ਕੋਲ ਦੂਸਰੀ ਸਾਈਡ ਤੋਂ ਕੋਈ ਇੱਕ ਵੀ ਇਨਫੋਰਮੇਸ਼ਨ ਨਹੀਂ ਹੈ। ਜ਼ੁਬਾਨੀ ਕਲਾਮੀ ਅਗਲੇ ਦਿਹਾੜੇ ਜਦੋਂ ਗਏ ਆ ਬਾਬੇ ਖੁਸ਼ੀ ਮੁਹੰਮਦ ਦੇ ਕੋਲ, ਉੱਥੇ ਇੱਕ ਗੈਰ ਫਿਤਰੀ ਜੀ ਗੱਲ ਲੱਭੀ। ਉਹ ਬਾਬਾ ਜੀ ਦੀ ਉਮਰ ਹੈ ਕੋਈ 107 ਸਾਲ ਇਸ ਵਕਤ। ਅਸੀਂ ਮਾਰਚ ਦੇ ਵਿੱਚ ਹੀ ਉਹਨਾਂ ਦਾ ਇੰਟਰਵਿਊ ਕੀਤਾ ਸੀ। ਉਹਨਾਂ ਨੇ ਅੱਗੋਂ ਦੱਸਿਆ ਵੀ ਮੈਂ ਜਦੋਂ ਜਵਾਨ ਸਾਂ ਉਦੋਂ ਮੱਖਣਾ ਅਲੀ ਦੇ ਇੱਕ ਬੰਦੇ ਨੇ ਇਸ ਜੰਗ ਦੇ ਵਿੱਚ ਹਿੱਸਾ ਲਿਆ ਸੀ, ਲੇਕਿਨ ਉਸ ਗੱਲ ਨੂੰ ਮੈਂ ਇਸ ਵਾਸਤੇ ਥੋੜ੍ਹਾ ਵਜ਼ਨ ਨਹੀਂ ਦਿੰਦਾ ਜ਼ਿਆਦਾ ਕਿ ਉਹਨੇ ਉਸ ਘੋੜੀ, ਜਿਸ ਘੋੜੀ ਦੇ ਉੱਤੇ ਉਹ ਸਵਾਰ ਸੀ, ਉਹਦੀ ਰਫ਼ਤਾਰ ਔਰ ਉਹਦਾ ਜੰਪ ਲੈਣਾ ਜਿਹੜਾ ਦੱਸਿਆ ਨਾ, ਉਹ ਗੈਰ ਫਿਤਰੀ ਸੀ। ਯਾਨੀ ਦਰਖਤ ਦੇ ਟਾਪ ਦੇ ਉੱਤੇ ਉਹ ਸਵਾਰ ਦੀ ਪਗੜੀ ਜਿਹੜੀ ਹੈ ਨਾ, ਉਹ ਉੱਤੇ ਫਸ ਗਈ ਸੀ। ਹੁਣ ਇਹ ਜ਼ਰਾ ਥੋੜ੍ਹਾ ਜਿਹਾ ਮੇਰੇ ਦੇ ਨਜ਼ਦੀਕ ਮੁਮਕਿਨ ਨਹੀਂ ਕਿ ਘੋੜੀ ਇੰਨਾ ਉੱਚਾ ਜੰਪ ਕਰ ਜਾਏ। ਤੇ ਬਾਕੀ ਕਹਾਣੀਆਂ ਤਾਂ ਇੱਥੇ ਵੀ ਹੋਣੀਆਂ ਨੇ, ਲੇਕਿਨ ਉਹ ਐਸਾ ਖ਼ਤਮ ਹੋ ਗਈਆਂ। ਹੋ ਲੈਣਾ ਮੈਨੂੰ ਪਤਾ ਹੈ ਕਿ ਉਸ ਜੰਗ ਦੇ ਵਿੱਚ ਰਹਿਮਤ ਖਾਂ ਵੜੈਚ, ਉਹਨੇ ਮੁਸਲਮਾਨਾਂ ਦੀ ਤਰਫੋਂ ਸਮਝੋ ਕਿ ਸਿੱਖਾਂ ਦੇ ਨਾਲ ਹੋ ਕੇ ਹਿੱਸਾ ਲਿਆ। ਇੱਕ ਫਤਿਹ ਖਾਂ ਟਵਾਣਾ, ਉਹਦਾ ਜ਼ਿਕਰ ਮੈਂ ਪੜ੍ਹਿਆ। ਠੀਕ ਹੈ। ਇਹ ਵੀ ਮੁਸਲਮਾਨ ਹੋਇਆ, ਟਵਾਣੇ ਸਾਈਡ ਦਾ ਸੀ। ਅਲਬੱਤਾ ਇੱਥੇ ਜਿਹੜੇ ਮਰਕਜ਼ ਸਨ ਸਿੱਖਾਂ ਦੇ, ਉਹ ਮੰਗਟ ਹੈ ਸੀ। ਮੰਗਟ ਬਹੁਤ ਵੱਡਾ ਮਰਕਜ਼ ਸੀ ਸਿੱਖਾਂ ਦਾ। ਬਲਕਿ ਉਹਦੇ ਵਿੱਚ ਭਾਈ ਬੰਨੂ, ਅਗਰ ਤੁਹਾਡੇ ਇਲਮ 'ਚ ਹੋਵੇ,
ਭਾਈ ਬੰਨੂ ਹੋਏ ਨੇ ਸਿੱਖਾਂ ਦੇ ਇੱਕ ਧਰਮੀ ਬਜ਼ੁਰਗ। ਭਾਈ ਇਹ ਸਮਝ ਲਓ ਕਿ ਸਿੱਖ ਧਰਮ ਦੇ ਵਿੱਚ ਨਾ ਬੜੀ ਵੱਡੀ ਸ਼ਖਸੀਅਤ, ਡਿਵੋਟਿਡ ਟੂ ਦਾ ਰਿਲੀਜਨ, ਯਾਨੀ ਦਰਵੇਸ਼। ਇਹ ਭਾਈ ਬੰਨੂ ਜਿਹੜੇ ਪੈਦਾ ਹੋਏ ਜੀ ਭਾਈ ਬਿਸ਼ਨ ਸਿੰਘ ਦੇ ਘਰ ਯਕਮ ਵਿਸਾਖ ਨੂੰ 1558 ਦੇ ਵਿੱਚ। ਅਤੇ ਉਹਨਾਂ ਦੇ ਜ਼ਮਾਨੇ ਦੇ ਵਿੱਚ ਗੁਰੂ ਅਰਜਨ ਦੇਵ ਪੰਜਵੇਂ ਗੁਰੂ ਉਹਨਾਂ ਨੇ ਗੁਰਦੁਆਰਾ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਫਤਤਾਹ ਕਰਾਇਆ, ਸੰਗੇ ਬੁਨਿਆਦ ਰਖਾਇਆ ਮੀਆਂ ਮੀਰ ਸਾਹਿਬ ਦੇ ਕੋਲੋਂ, ਔਰ ਉਹਦੀ ਤਾਮੀਰ ਸ਼ੁਰੂ ਕਰ ਛੜੀ। ਫਿਰ ਉਹਨਾਂ ਨੇ ਗ੍ਰੰਥ ਸਾਹਿਬ ਜਿਹੜੀ ਹੈ ਉਹਨੂੰ ਮੁਰਤਬ ਕਰਨਾ ਸ਼ੁਰੂ ਕੀਤਾ। ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਔਰ ਹਿੰਦੂ ਜਿਹੜੇ ਮਸਲਕ ਸੁਲ੍ਹਾ ਕੁਲ ਦੇ ਬੰਦੇ ਨੇ ਉਹਨਾਂ ਦਾ ਕਲਾਮ ਉਹਦੇ ਸ਼ਾਮਿਲ ਕੀਤਾ ਗਿਆ। ਬਾਬਾ ਗੁਰੂ ਨਾਨਕ ਦੇ ਸ਼ਬਦ ਜਿਹੜੇ ਨੇ ਉਹ ਵਿੱਚ ਸ਼ਾਮਿਲ ਕੀਤੇ ਗਏ। ਸਾਡੇ ਖ਼ਾਸ ਤੌਰ 'ਤੇ ਬਾਬਾ ਫਰੀਦ ਜਿਹੜੇ ਨੇ ਉਹਨਾਂ ਦਾ ਕਲਾਮ ਜ਼ਿਆਦਾ। ਬਾਕੀ ਇਹ ਭਗਤ ਕਬੀਰ ਵਗੈਰਾ, ਸਵਾਮੀ ਦਯਾਨੰਦ ਵਗੈਰਾ ਇਹਨਾਂ ਦਾ ਨਾ ਜੀ। ਇਹ ਜਿਸਲੇ ਗ੍ਰੰਥ ਸਾਹਿਬ ਮੁਕੰਮਲ ਹੋ ਗਈ ਉਹਨਾਂ ਦੀ ਨਜ਼ਦੀਕ, ਇਹ ਇਹਨਾਂ ਨੇ ਗੁਰਮੁਖੀ ਜ਼ੁਬਾਨ ਦੇ ਵਿੱਚ ਲਿਖੀ ਸੀ। ਇਹਦੀ ਜਿਲਦਬੰਦੀ ਕਰਾਉਣੀ ਸੀ। ਇਹ ਜਿਲਦ ਕਰਾਉਣੇ ਵਾਸਤੇ ਲਾਹੌਰ ਭੇਜਣਾ ਸੀ। ਭਾਈ ਬੰਨੂ ਜਿਹੜਾ ਹੈ ਇਹ ਉੱਥੇ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਹੀ ਰਹਿੰਦੇ ਸਨ ਔਰ ਬੜੇ ਡਿਵੋਟਿਡ ਸਨ ਗੁਰੂ ਸਾਹਿਬ ਦੇ, ਗੁਰੂ ਅਰਜਨ ਦੇ। ਗੁਰੂ ਸਾਹਿਬ ਨੇ ਭਾਈ ਬੰਨੂ ਨੂੰ ਜ਼ਿੰਮੇਵਾਰੀ ਦਿੱਤੀ ਵੀ ਇਹਦੀ ਜਿਲਦਬੰਦੀ ਕਰਾ ਕੇ ਲਿਆ ਲਾਹੌਰ। ਇਹ ਗੱਲ ਹੈ 1604 ਦੀ। ਭਾਈ ਬੰਨੂ ਨੇ ਇਜਾਜ਼ਤ ਮੰਗੀ ਕਿ ਜਨਾਬ ਮੈਂ ਜਾਣਾ ਔਰ ਜਿਲਦਬੰਦੀ ਕਰਾਉਣਾ, ਲੇਕਿਨ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਇਹਨੂੰ ਆਪਣੇ ਪਿੰਡ ਦੇ ਵਿੱਚ ਜ਼ਿਆਰਤ ਕਰਾ ਲਵਾਂ। ਗੁਰੂ ਸਾਹਿਬ ਨੇ ਆਖਿਆ ਕਿ ਸਿਰਫ ਇੱਕ ਰਾਤ ਉੱਥੇ ਤੂੰ ਰੱਖ ਸਕਣਾ, ਇਸ ਤੋਂ ਜ਼ਿਆਦਾ ਨਹੀਂ। ਅਤੇ ਭਾਈ ਬੰਨੂ ਨੇ ਕੀਤਾ ਇੰਝ ਵੀ ਉੱਥੋਂ ਜਿਸਲੇ ਟੁਰੇ ਨੇ ਅੰਮ੍ਰਿਤਸਰ ਤੋਂ ਮੰਗਟ ਆਏ ਨੇ ਪਹਿਲਾਂ। ਇਹ ਹਰ ਰੋਜ਼ 2, 4, 5 ਕਿਲੋਮੀਟਰ ਦਾ ਜਾਂ ਮੀਲਾਂ ਦਾ ਸਫ਼ਰ ਕਰਦੇ ਸੀ। ਫਿਰ ਬਹਿ ਕੇ ਇਹਨਾਂ ਨੇ ਨਾ ਨਕਲ ਕਰਨੀ ਸ਼ੁਰੂ ਕਰ ਦੇਣੀ ਗ੍ਰੰਥ ਸਾਹਿਬ ਦੀ। ਮੰਗਟ ਪਹੁੰਚ ਕੇ ਇਹਨਾਂ ਨੇ ਇੱਕ ਰਾਤ ਇੱਥੇ ਜ਼ਿਆਰਤ ਕਰਾਈ। ਇਹਨਾਂ ਦੀ ਬੇਗਮ ਦਾ ਨਾਂ ਸੀ ਮਾਈ ਰੱਜੀ। ਮਾਈ ਰੱਜੀ ਲੋਕਾਂ ਨੂੰ ਲੰਗਰ ਖਵਾਉਂਦੀ ਸੀ। ਉਹ ਜਗ੍ਹਾ ਮੈਂ ਦੇਖੀ ਹੈ ਗੁਰਦੁਆਰਾ ਆਪਣਾ ਮੰਗਟ ਦੇ ਵਿੱਚ, ਉਹ ਜਗ੍ਹਾ ਮੌਜੂਦ ਹੈ ਅਜੇ ਵੀ। ਉਹ ਘਰ ਹੈ ਮਾਈ ਰੱਜੀ ਦਾ। ਉੱਥੇ ਭਾਈ ਬੰਨੂ ਦੀ ਬੇਗਮ ਜਿਹੜੀ ਉਹ ਲੋਕਾਂ ਨੂੰ ਲੰਗਰ ਖਵਾਉਂਦੀ ਸੀ, ਮਾਈ ਰੱਜੀ। ਇੱਥੋਂ ਇਹ ਲਾਹੌਰ ਗਏ। ਲਾਹੌਰ ਜਾ ਕੇ ਇਹਨਾਂ ਨੇ ਜਿਲਦ ਕਰਾਈ ਆਪਣੀ ਗ੍ਰੰਥ ਜਿਹੜੀ ਹੱਥ ਦੀ ਲਿਖੀ ਹੋਈ ਸੀ ਉਹ ਵੀ, ਔਰ ਜਿਹੜੀ ਅੰਮ੍ਰਿਤਸਰ ਤੋਂ ਲਿਆਂਦੀ ਸੀ। ਇਹ ਲੈ ਕੇ ਜਿਸਲੇ ਗੁਰੂ ਸਾਹਿਬ ਦੇ ਕੋਲ ਪੇਸ਼ ਹੋਏ, ਗੁਰੂ ਸਾਹਿਬ ਨੂੰ ਦੱਸਿਆ। ਉਹਨਾਂ ਆਖਿਆ ਦੂਜੀ ਗ੍ਰੰਥ, ਉਹਨਾਂ ਆਖਿਆ ਜੀ ਮੈਂ ਇਹ ਇੰਝ ਕਰਕੇ ਕੀਤੀ। ਉਹ ਫਿਰ ਬੜੇ ਨਾਰਾਜ਼ ਹੋਏ। ਉਹਨਾਂ ਫਿਰ ਉਸ ਗ੍ਰੰਥ ਸਾਹਿਬ ਨੂੰ ਨਾਂ ਦਿੱਤਾ ਆਦਿ ਗ੍ਰੰਥ। ਇਹ ਜਿਹੜੀ ਇਹਨਾਂ ਨੇ ਲਿਖੀ ਸੀ ਇਹਦਾ ਨਾਂ ਦਿੱਤਾ ਖਾਰੀ ਗ੍ਰੰਥ, ਕਿਉਂਕਿ ਉਸ ਵਕਤ ਜਿਹੜਾ ਮੰਗਟ ਹੈ ਇਹਦਾ ਨਾਂ ਸੀ ਖਾਰਾ ਮੰਗਟ। ਖਾਰਾ ਮੰਗਟ ਇੱਥੇ ਸਿੱਖ ਆਬਾਦੀ ਸੀ। ਰਣਜੀਤ ਸਿੰਘ ਨੇ ਇਸ ਜਗ੍ਹਾ ਨੂੰ ਕਾਫੀ ਡਿਵੈਲਪ ਵੀ ਕੀਤਾ ਸੀ। ਅਤੇ ਭਾਈ ਬੰਨੂ ਦਾ ਫਿਰ ਗੁਰਦੁਆਰਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣਾਇਆ ਗਿਆ। ਬੜਾ ਅੱਛਾ ਖੂਬਸੂਰਤ ਇਹ ਬਣਿਆ ਸੀ। ਇਹਦੇ ਨਾਂ ਕਾਫੀ ਜ਼ਮੀਨ ਵੀ ਸੀ ਔਰ ਸਰੋਵਰ ਵੀ ਸੀ। ਸਰੋਵਰ 'ਚ ਹੁਣ ਮਿੱਟੀ ਨਾਲ ਭਰਤਾ ਹੈ, ਜ਼ਮੀਨ 'ਤੇ ਕਬਜ਼ਾ ਕਰ ਲਿਆ। ਠੀਕ ਹੈ ਜੀ। ਅਤੇ ਗੁਰਦੁਆਰਾ ਜਿਹੜਾ ਹੈ ਨਾ ਉਹ ਕਾਫੀ ਖਸਤਾ ਹਾਲਤ ਦੇ ਵਿੱਚ। ਇੱਕ ਵਾਰੀ ਮੈਂ ਗਿਆ ਸਾਂ 3-4 ਸਾਲ ਪਹਿਲੇ, ਜਦੋਂ ਗੁਰਪ੍ਰੀਤ ਸਿੰਘ ਆਨੰਦ ਆਇਆ ਸੀ ਨਾ ਜੀ ਉਦੋਂ। ਅਤੇ ਉਦੋਂ ਵੀ ਡਰਦਿਆਂ ਉੱਤੇ ਚੜ੍ਹੇ ਹਾਂ। ਅੰਦਰ ਕੋਈ ਫੋਟੋਆਂ ਲਈਆਂ ਨੇ। ਉਹ ਹੋ ਸਕਦਾ ਕਿ ਮੈਂ ਤੁਹਾਨੂੰ ਉਹ ਫੋਟੋਆਂ ਜਿਹੜੀਆਂ ਨੇ ਉਹ ਮੈਂ ਤੁਹਾਨੂੰ ਮੰਗਵਾ ਦਿਆਂ ਸਾਊਦੀ ਅਰਬ ਤੋਂ। ਮੇਰਾ ਸ਼ਾਗਿਰਦ ਉਹ ਬਣਾ ਕੇ ਲੈ ਗਿਆ ਸੀ, ਕਿਉਂਕਿ ਉਹਨਾਂ ਤਸਵੀਰਾਂ ਤੋਂ ਹੀ ਇੱਕ ਪੂਰੀ ਕਹਾਣੀ ਜਿਹੜੀ ਹੈ ਨਾ ਉਹ ਬਣਦੀ ਹੁੰਦੀ ਹੈ। ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਤਾਂ ਹੁਣ ਸਮਝੋ ਕਿ ਲੋਕਾਂ ਦੇ ਕਬਜ਼ੇ 'ਚ ਹੀ ਆ ਗਿਆ, ਵਰਨਾ ਇਹ ਉਹਨਾਂ ਵਾਸਤੇ, ਸਿੱਖਾਂ ਵਾਸਤੇ ਤਾਂ ਬੜੀ ਪਵਿੱਤਰ ਜਗ੍ਹਾ ਹੈ, ਬੜੀ ਪਵਿੱਤਰ ਜਗ੍ਹਾ। ਇੱਥੋਂ ਦੇ ਬੰਦੇ ਜਿਹੜੇ ਨੇ ਭਾਈ ਬੰਨੂ ਦੀ ਜਿਹੜੀ ਔਲਾਦ ਹੈ ਉਹ ਭਾਈ ਆਣੇ ਕਹਾਉਂਦੇ ਸਨ।
ਇਹ ਅੱਜ ਕੱਲ੍ਹ ਫਿਰ ਜਾ ਕੇ ਪਾਰਟੀਸ਼ਨ ਤੋਂ ਬਾਅਦ ਕਾਨਪੁਰ ਦੇ ਵਿੱਚ ਇਹ ਵਸੇ। ਕਾਨਪੁਰ ਦੇ ਵਿੱਚ ਜਿਹੜੀ ਉਹ ਗ੍ਰੰਥ ਸਾਹਿਬ ਸੀ, ਖਾਰੀ ਗ੍ਰੰਥ, ਉਹ ਉਹਨਾਂ ਦੇ ਖਾਨਦਾਨ ਦੇ ਵਿੱਚ ਸੀ, ਲੇਕਿਨ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਨੇ ਉਹਨਾਂ 'ਤੇ ਕਰ ਛੜਿਆ ਕੇਸ। 35 ਸਾਲ ਫਿਰ ਇਹ ਕੇਸ ਚੱਲਿਆ। ਫਿਰ 35 ਸਾਲ ਤੋਂ ਬਾਅਦ ਉਹਨਾਂ ਦੀ ਸੁਪਰੀਮ ਕੋਰਟ ਨੇ ਭਾਈ ਆਣਿਆਂ ਦੀ ਖਾਰੀ ਗ੍ਰੰਥ ਜਿਹੜੀ ਉਹਨਾਂ ਦੀ ਫੇਵਰ ਦੇ ਵਿੱਚ ਉਹ ਫੈਸਲਾ ਦੇ ਦਿੱਤਾ। ਹੁਣ ਉਹ ਕਾਨਪੁਰ ਦੇ ਵਿੱਚ ਜੀ ਜੀ ਇਹ ਮੌਜੂਦ ਹੈ ਜੀ ਜੀ, ਭਾਈ ਆਣੇ ਕੋ ਆਉਂਦੇ ਨੇ। ਠੀਕ। ਸ਼ਾਹਬਾਦ ਜਿਹੜਾ ਹੈ, ਹਾਂਜੀ, ਇਹ ਥੋੜਾ ਪਿੰਡ ਜਿਹੜਾ ਇਹ ਕਦੋਂ ਆਬਾਦ ਹੋਇਆ ਹੈ? ਇਹ ਮੇਰੀ ਜਿਹੜੀ ਨੌਲੇਜ ਹੈ ਪੜ੍ਹਨੇ ਦੇ ਹਿਸਾਬ ਨਾਲ ਜੀ ਜੀ, ਉਹ ਇਹ ਕਿ ਇੱਥੇ ਬਾਬਰ ਨੇ ਹਮਾਯੂੰ ਦੀ ਪਹਿਲੀ ਝੰਡ ਲਵਾਈ ਸੀ ਸ਼ੇਵ ਦੀ। ਠੀਕ ਹੈ, ਠੀਕ, ਸ਼ੇਵ ਕਰਵਾਈ ਸੀ ਇੱਥੇ ਜੀ ਠੀਕ, ਸ਼ਾਹਬਾਦ। ਆਬਾਦ ਤੇ ਮੈਨੂੰ ਨਹੀਂ ਪਤਾ, ਲੇਕਿਨ ਇਹ ਕਿ ਮੇਰੇ ਆ ਜਿਹੜੇ ਬਜ਼ੁਰਗ ਨੇ ਨਾ ਜੀ, ਅਜ਼ੀਮ ਵਾਸਤੀ ਸਾਹਿਬ, ਜੀ ਜੀ, ਇਹਨਾਂ ਨਾਲ ਇੱਕ ਜਿਹੜੇ ਗੱਲ ਹੋਈ ਸੀ ਤੇ ਇਹਨਾਂ ਨੇ ਮੈਨੂੰ ਦੱਸਿਆ, ਡਿਟੇਰੀ ਆਦਮੀ ਨੇ, ਇਹਨਾਂ ਨੇ ਦੱਸਿਆ ਸੀ ਕਿ ਸ਼ਾਹਬਾਦ ਜਿਹੜਾ ਹੈ ਐਕਚੁਅਲੀ ਇਹਦਾ ਨਾਮ ਹੈ ਸ਼ਹਾਬਾਬਾਦ। ਸ਼ਹਾਬੁੱਦੀਨ ਗੌਰੀ ਦੇ ਨਾਮ, ਸ਼ਹਾਬੁੱਦੀਨ ਗੌਰੀ ਦੀ ਵਜ੍ਹਾ ਨਾਲ। ਠੀਕ, ਕਿਉਂਕਿ ਇਹ ਲੜਾਈ ਵੀ ਕੁਰੂਕਸ਼ੇਤਰ ਦੇ ਵਿੱਚ ਹੀ ਹੋਈ ਸੀ। ਠੀਕ ਹੈ, ਸ਼ਹਾਬੁੱਦੀਨ ਗੌਰੀ ਦੀ। ਜੀ ਜੀ, ਤੇ ਸ਼ਾਹਬਾਦ ਉਹਦੇ ਨਜ਼ਦੀਕ ਹੀ ਹੈ, ਬਲਕਿ ਵਿੱਚ ਹੀ ਹੈ। ਹੋ ਸਕਦਾ ਕਿ ਸ਼ਾਹਬਾਦ ਦੇ ਨਜ਼ਦੀਕ ਇਰਦ ਗਿਰਦ ਦੇ ਕੋਈ ਪਿੰਡਾਂ ਦੇ ਨਾਮਾਂ ਦਾ ਕੋਈ ਪਤਾ ਹੈ ਤੁਹਾਨੂੰ? ਸਰ ਠਸਕਾ, ਗੁੰਥਲਾ, ਠੀਕ ਹੈ, ਪਿਪਲੀ, ਠੀਕ ਹੈ, ਇਹ ਜ਼ਹਿਨ ਵਿੱਚ ਹੈ ਨੇ ਮੇਰੇ, ਜਿਹੜੇ ਮੈਂ ਆਪਣੇ। ਚਲੋ ਮੈਨੂੰ ਉਮੀਦ ਹੈ ਹੁਣ ਕੋਈ ਨਾ ਕੋਈ ਉੱਥੇ ਸਾਨੂੰ ਦੋਸਤ ਰਾਬਤਾ ਕਰ ਲਏਗਾ, ਸਾਨੂੰ ਤਸਵੀਰਾਂ ਵੀ ਕਰ ਲਏਗਾ, ਸਾਰਾ ਕੁਝ ਕਰ ਲਏਗਾ ਜਨਾਬ। ਹਾਂਜੀ, ਅਗਰ ਕੋਈ ਦੋਸਤ ਰਾਬਤਾ ਕਰੇ ਤਾਂ ਬੜੀ ਖੁਸ਼ੀ ਹੋਏਗੀ, ਕਿਉਂਕਿ ਮੈਂ ਤਾਂ ਉੱਥੇ ਨਹੀਂ ਜੰਮਿਆ ਪਲਿਆ, ਲੇਕਿਨ ਆਪਣੇ ਮਾਂ ਬਾਪ, ਦਾਦਾ ਦਾਦੀ, ਨਾਨਾ ਨਾਨੀ ਕੋਲੋਂ ਇਹ ਕਹਾਣੀਆਂ ਗੱਲਾਂ ਸੁਣਾ ਕੇ ਸ਼ੌਕ ਬੜਾ ਪੈਦਾ ਹੁੰਦਾ ਹੈ ਕਿ ਮੈਂ ਵੀ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਜਿਹੜੀ ਉਹਨੂੰ ਵੇਖਾਂ। ਅੱਛਾ ਜੀ, ਦਿਲ ਕਰਦਾ ਜਾਣ ਨੂੰ? ਕਦੇ ਕਰਦਾ ਹੁੰਦਾ ਸੀ, ਲੇਕਿਨ ਹੁਣ ਸਿਹਤ ਇਜਾਜ਼ਤ ਨਹੀਂ ਦਿੰਦੀ। ਕਿਉਂਕਿ ਇਹ ਸਵਾਲ ਮੈਂ ਹਰ ਇੱਕ ਪੁੱਛਦਾ, ਕਿਉਂਕਿ ਚਲੋ ਸਾਡੀ ਨਹੀਂ। ਹਾਂ, ਇੱਕ ਗੱਲ ਮੈਂ ਤੁਹਾਨੂੰ ਮਜ਼ੇ ਦੀ ਸੁਣਾਨਾ ਕਿ ਅਸੀਂ ਫਿਰ ਇੱਥੇ ਆ ਕੇ ਆਬਾਦ ਹੋ ਗਏ ਕਾਦਰਾਬਾਦ ਦੇ ਵਿੱਚ। ਜੀ ਜੀ, ਹੋਇਆ ਇਸ ਤਰ੍ਹਾਂ ਹੈ ਕਿ ਇੰਡੀਆ ਤੋਂ ਇੱਕ ਬੰਦਾ ਜਿਹੜਾ ਸ਼ੌਕਤ ਅਜ਼ੀਜ਼ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਹਦਾ ਕਲਾਸ ਫੈਲੋ ਵੀ ਸੀ, ਦੋਸਤ ਵੀ ਸੀ, ਉਹ ਇੰਡੀਆ ਤੋਂ ਇੱਥੇ ਆਇਆ ਕਾਦਰਾਬਾਦ। ਠੀਕ ਹੈ, ਉਹ ਕਾਦਰਾਬਾਦ ਦਾ ਰਹਿਣ ਵਾਲਾ ਸੀ, ਲੇਕਿਨ ਉੱਥੇ ਇੰਡੀਆ ਦੇ ਵਿੱਚ ਉਹ ਸ਼ਾਹਬਾਦ 'ਚ ਰਹਿੰਦਾ ਸੀ। ਸ਼ਾਹਬਾਦ ਰਹਿੰਦਾ ਸੀ। ਸ਼ਾਹਬਾਦ ਤੋਂ ਇਹ ਕਾਦਰਾਬਾਦ ਵੇਖਣ ਆਇਆ। ਇੱਥੇ ਫਿਰ ਉਹ ਆਪਣੇ ਪੁਰਖਾਂ ਦੇ ਘਰ ਬਾਰ ਉਹਨੇ ਵੇਖੇ। ਫਿਰ ਉਹਦੇ ਪਿਓ ਦਾ, ਦਾਦੇ ਦਾ ਹਮ ਉਮਰ ਬੰਦਾ ਮਿਰਜ਼ਾ ਅਨਵਰ ਬੇਗ ਫੌਤ ਹੋ ਗਿਆ ਵਿਚਾਰਾ, ਉਹ ਮਿਲਿਆ। ਉਸ ਵੇਲੇ ਉਹਦੀ ਉਮਰ 95 ਸਾਲ ਸੀ, ਮਿਰਜ਼ਾ ਅਨਵਰ ਬੇਗ ਦੀ। ਉਹਨੇ ਉਹਨੂੰ ਉਹਦੇ ਮਾਂ ਦਾ ਵੀ ਦੱਸਿਆ, ਦਾਦੇ ਦਾ ਵੀ ਦੱਸਿਆ, ਬਲਕਿ ਉਸ ਸਰਦਾਰ ਸਾਹਿਬ ਨੇ ਫੌਰਨ ਆਪਣੀ ਮਾਂ ਨੂੰ ਮਿਲਾਇਆ ਅਤੇ ਬੜੇ ਜੋਸ਼ ਨਾਲ ਕਹਿਣ ਲੱਗਾ, ਮਾਤਾ ਜੀ ਮੈਂ ਇੱਥੇ ਆਇਆ ਕਾਦਰਾਬਾਦ, ਅਤੇ ਇੱਥੇ ਨਾ ਤੁਹਾਨੂੰ ਵੀ ਜਾਣਨੇ ਵਾਲੇ ਅਤੇ ਪਿਤਾ ਜੀ ਨੂੰ ਵੀ ਜਾਣਨੇ ਵਾਲੇ ਜਿਹੜੇ ਨਾ ਇੱਕ ਬੰਦੇ ਮਿਲੇ ਨੇ, ਉਹਨਾਂ ਨਾਲ ਗੱਲ ਕਰੋ। ਫਿਰ ਉਹ ਗੱਲਬਾਤ ਵੀ ਹੋਈ ਉਹਨਾਂ ਦੀ। ਯਾਨੀ ਤੁਸੀਂ ਅੰਦਾਜ਼ਾ ਕਰੋ ਕਿ ਉਦੋਂ ਤਾਂ 60-65 ਸਾਲ ਹੋ ਗਏ ਹੋਣੇ ਨੇ ਸ਼ਾਇਦ, ਅਤੇ ਬੜੀ ਖੁਸ਼ੀ ਹੁੰਦੀ ਹੈ, ਬਹੁਤ ਜ਼ਿਆਦਾ ਦਿਲ ਕਰਦਾ ਹੈ। ਕਾਦਰਾਬਾਦ ਇੱਕ ਕਦੀਮ ਕਸਬਾ ਹੈ, ਕਦੀਮ ਕਸਬਾ, ਔਰ ਉਹ ਜਿਸ ਜਗ੍ਹਾ 'ਤੇ ਹੈ ਸੀ ਉੱਥੇ ਕਾਫੀ ਸਾਰੇ ਰਸਤੇ ਨਿਕਲਦੇ ਸਨ, ਮਗਰਬ ਵੱਲ ਵੀ, ਜਨੂਬ ਵੱਲ ਵੀ। ਤਾਂ ਹੀ ਇਹਨੂੰ ਤਹਿਸੀਲ ਵੀ ਬਣਾਇਆ ਗਿਆ ਸੀ 1851 ਦੇ ਵਿੱਚ। ਫਿਰ ਸਾਲਾ ਅੱਛਾ, ਇਹ ਆਪਣਾ ਦੀਨ ਕੀ ਨਾਮ ਸੁਣਾ? ਸੂਫੀ ਮੁਹੰਮਦ ਦੀਨ, ਸੂਫੀ ਮੁਹੰਮਦ ਦੀਨ ਸਾਹਿਬ ਦਾ। ਠੀਕ ਹੈ, ਇਹ ਕਿਹੜੇ ਸੰਨ ਦਾ ਰਸਾਲਾ? ਇਹ ਹੈ ਜੀ ਮਾਰਚ 1941। ਮੇਰੇ ਕੋਲ 1907 ਦੇ ਵੀ ਰਹੇ ਨੇ। ਅੱਛਾ ਜੀ, ਅੱਛਾ ਜੀ, ਸ਼ਮਸੁਲ ਇਸਲਾਮ ਰਸਾਲਾ ਵੀ ਕੱਢਦੇ ਹੁੰਦੇ ਸੀ। ठीक है, इल्मी अखलाकी व सूफियाना मज़ामीन का माहवारी रसाला शमसुल इस्लाम, 1941 का महान शाह जी है, जो हर माह की 15 को सरगोदा पंजाब से शाया होता है।